बेस दियो बेस। सतनाम श्री वाहेगुरु जी गुरु गरीब नवाज जियो। कृपा करो कृपा करो दीन के दाते मेरा गुण औगण ना विचारो कोई माटी का तो है स्वामी मानस की गत एही
ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਸ ਸਾਰੀ ਸੰਗਤ ਗੱਜ ਕੇ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇਰਾ ਅੰਤ ਪਾਉਂਦੇ ਪਾਉਂਦੇ ਇੱਥੇ ਹਾਰ ਗਏ, ਅੰਤ ਪਾਉਂਦੇ ਪਾਉਂਦੇ ਇੱਥੇ ਹਾਰ ਗਏ ਕਈ ਬੁੱਧਵਾਨ ਦਾਤਿਆ। ਖੇਡਾਂ ਵੇਖ ਵੇਖ ਤੇਰੀਆਂ ਨਿਆਰੀਆਂ ਹੋਵਾਂ ਮੈਂ ਹੈਰਾਨ ਦਾਤਿਆ, ਹੋਵਾਂ ਮੈਂ ਹੈਰਾਨ ਦਾਤਿਆ। ਸਹਿਬਾ ਕੀੜਿਆਂ ਨੂੰ ਪਾਲਦਾ, ਹਰ ਇੱਕ ਜੀਵ ਜੰਤ ਤਾਈਂ ਤੂੰ ਸੰਭਾਲਦਾ। ਪੱਥਰਾਂ ਦੇ ਵਿੱਚ ਸਹਿਬਾ ਕੀੜਿਆਂ ਨੂੰ ਪਾਲਦਾ, ਹਰ ਇੱਕ ਜੀਵ ਜੰਤ ਤਾਈਂ ਤੂੰ ਸੰਭਾਲਦਾ। ਰੋਜ਼ੀ ਰੋਟੀ ਦਾ ਵਸੀਲਾ ਕੋਈ ਬਣਾ ਕੇ, ਰੋਟੀ ਦਾ ਵਸੀਲਾ ਕੋਈ ਬਣਾ ਕੇ ਦੇਵੇਂ ਗੁਜ਼ਰਾਨ ਦਾਤਿਆ। ਖੇਡਾਂ ਵੇਖ ਵੇਖ ਤੇਰੀਆਂ ਨਿਆਰੀਆਂ ਹੋਵਾਂ ਮੈਂ ਹੈਰਾਨ ਦਾਤਿਆ, ਹੋਵਾਂ ਮੈਂ ਹੈਰਾਨ ਦਾਤਿਆ। ਭਿਖਾਰੀਆਂ ਦੇ ਤਾਈਂ ਰਾਜੇ ਪਲਾਜ ਬਣਾਵੇਂ ਤੂੰ, ਰਾਜਿਆਂ ਦੇ ਕੋਲੋਂ ਇੱਥੇ ਭੀਖ ਮੰਗਵਾਵੇਂ ਤੂੰ।
ਦੇ ਕੋਲੋਂ ਇੱਥੇ ਭੀਖ ਮੰਗਵਾਵੇਂ ਤੂੰ ਨੀਵੇਂ ਝੁੱਕ ਕੇ ਗਲੇ ਦੇ ਨਾਲ ਲਾ ਲਵੇਂ ਝੁੱਕ ਕੇ ਗਲੇ ਦੇ ਨਾਲ ਲਾ ਲਵੇਂ ਤੇ ਕਰੇ ਪਰਵਾਨ ਦਾਤਿਆ ਖੇਡਾਂ ਵੇਖ ਵੇਖ ਤੇਰੀਆਂ ਨਿਆਰੀਆਂ ਹੋਵਾਂ ਮੈਂ ਹੈਰਾਨ ਦਾਤਿਆ ਹੋਵਾਂ ਮੈਂ ਹੈਰਾਨ ਦਾਤਿਆ ਪਰਬਤ ਪਿੰਗਲਿਆਂ ਤਾਈ ਪਰਬਤ ਉੱਤੇ ਚਾੜਦਾ ਕੀਤੇ ਹੋਏ ਗੁਨਾਹਾਂ ਵਾਲੇ ਖਾਤੇ ਸਭ ਪਾੜਦਾ ਪਿੰਗਲਿਆਂ ਤਾਈ ਪਰਬਤ ਉੱਤੇ ਚਾੜਦਾ ਕੀਤੇ ਹੋਏ ਗੁਨਾਹਾਂ ਵਾਲੇ ਖਾਤੇ ਸਭ ਪਾੜਦਾ ਪਿੰਗਲਿਆਂ ਤਾਈ ਪਰਬਤ ਉੱਤੇ ਚਾੜਦਾ ਕੀਤੇ ਹੋਏ ਗੁਨਾਹਾਂ ਵਾਲੇ ਖਾਤੇ ਸਭ ਪਾੜਦਾ ਤੂੰ ਗੇੜ 84 ਵਾਲਾ ਕੱਟਦਾ ਗੇੜ 84 ਵਾਲਾ ਕੱਟਦਾ ਤੇ ਕਰੇ ਪਰਵਾਨ ਦਾਤਿਆ ਖੇਡਾਂ ਵੇਖ ਵੇਖ ਤੇਰੀਆਂ ਨਿਆਰੀਆਂ ਹੋਵਾਂ ਮੈਂ ਹੈਰਾਨ ਦਾਤਿਆ ਹੋਵਾਂ ਮੈਂ ਹੈਰਾਨ ਦਾਤਿਆ ਸੋਰੀ ਉੱਚੀ ਲਾਮਦੇ ਸੁੱਖ ਦੇ ਨਿਸ਼ਾਨ ਤੇਰੇ ਦਰਬਾਰਾ ਗਾਵਦੇ ਪ੍ਰਭ ਜੋਤ ਨਾਲ ਰਲ ਸੋਰੀ ਉੱਚੀ ਲਾਮਦੇ ਮਨਪੀਰ ਸਿੰਘ ਬੀਏ ਨਾਲ ਆਣ ਕੇ ਮਨਪੀਰ ਸਿੰਘ ਬੀਏ ਨਾਲ ਆਣ ਕੇ ਕਰੇ ਵਖਿਆਣ ਦਾਤਿਆ ਖੇਡਾਂ ਵੇਖ ਵੇਖ ਤੇਰੀਆਂ ਨਿਆਰੀਆਂ ਹੋਵਾਂ ਮੈਂ ਹੈਰਾਨ ਦਾਤਿਆ ਹੋਵਾਂ ਮੈਂ ਹੈਰਾਨ ਦਾਤਿਆ ਹੋਵਾਂ ਮੈਂ ਹੈਰਾਨ ਦਾਤਿਆ ਹੋ ਵਾਹਿਗੁਰੂ ਅਦੀ ਆਵਾਜ਼ ਖੋਲਿਓ ਬੇਇੱਜ਼ਤੀ ਕੋ ਮਨੀਟਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਿਕਾਰਯੋਗ ਖਾਲਸਾ ਜੀ ਇੱਕ ਦਫਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸਗੜ੍ਹ ਸਾਹਿਬ ਦੀ ਪਾਵਨ ਠੇਰੀ ਉੱਤੇ ਕੇਸੀ ਇਸ਼ਨਾਨ ਕਰਕੇ ਤੇ ਆਪਣੇ ਕੇਸ ਹਰੇ ਕਰ ਰਹੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਏ
ਤਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਜਦੋਂ ਮੁਬਾਰਕ ਚਿਹਰੇ ਦੇ ਸਾਹਮਣੇ ਹੋਣ ਲੱਗੇ ਨਾ ਭਾਈ ਨੰਦ ਲਾਲ, ਸਤਿਗੁਰਾਂ ਨੇ ਆਪਣਾ ਮੁਬਾਰਕ ਚਿਹਰਾ ਘੁਮਾ ਕੇ ਤੇ ਪਹਾੜ ਦੀ ਬਾਈ ਕਰ ਲਿਆ। ਭਾਈ ਨੰਦ ਲਾਲ ਪਹਾੜ ਦੀ ਬਾਈ ਹੋਏ ਤੇ ਸਤਿਗੁਰਾਂ ਨੇ ਚਿਹਰਾ ਘੁਮਾ ਕੇ ਦੱਖਣ ਦੀ ਬਾਈ ਕਰ ਲਿਆ। ਭਾਈ ਨੰਦ ਲਾਲ ਉਧਰ ਹੋਏ ਤੇ ਪਾਤਸ਼ਾਹ ਨੇ ਚਿਹਰਾ ਘੁਮਾ ਕੇ ਤੀਸਰੀ ਦਫਾ ਵੱਲ ਕਰ ਲਿਆ। ਭਾਈ ਨੰਦ ਲਾਲ ਸਤਿਗੁਰ ਸੱਚੇ ਪਾਤਸ਼ਾਹ ਦੇ ਮਗਰਲੇ ਪਾਸੇ ਬੈਠ ਗਏ ਤੇ ਮਨ ਵਿੱਚ ਪਤਾ ਨਹੀਂ ਅਚਾਨਕ ਕੀ ਆਇਆ। ਬੈਠਿਆਂ ਬੈਠਿਆਂ ਪੈਰ ਧਰਤੀ ਤੇ ਜ਼ੋਰ ਨਾਲ ਮਾਰਿਆ ਤੇ ਆਪਣੀ ਰਸਨਾ ਤੋਂ ਆਖਿਆ ਨਹੀਂ। ਕਲਗੀਧਰ ਪਾਤਸ਼ਾਹ ਨੇ ਇੱਕਦਮ ਆਪਣਾ ਮੁਬਾਰਕ ਚਿਹਰਾ ਭਾਈ ਨੰਦ ਲਾਲ ਵੱਲ ਕੀਤਾ ਤੇ ਸਤਿਗੁਰੂ ਆਪਣੀ ਪਾਵਨ ਰਸਨਾ ਤੋਂ ਕਹਿੰਦੇ, ਨੰਦ ਲਾਲ ਇਹ ਕੀ ਤੁਸੀਂ ਜ਼ੋਰ ਦੀ ਪੈਰ ਧਰਤੀ ਤੇ ਮਾਰ ਕੇ ਆਪਣੀ ਰਸਨਾ ਤੋਂ ਕਿਹਾ ਨਹੀਂ, ਇਸ ਦਾ ਕੁਝ ਅਰਥ ਦੱਸ ਸਕਦੇ ਹੋ? ਕੀ ਕਾਰਨ ਹੈ? ਭਾਈ ਨੰਦ ਲਾਲ ਨੇ ਹੱਥ ਜੋੜ ਕੇ ਰਸਨਾ ਤੋਂ ਤਰਲਾ ਲੈ ਕੇ ਆਖਿਆ, ਦੀਨ ਦੁਨੀ ਦੇ ਮਾਲਕ ਉਹ ਸਿੱਖ ਹੀ ਕਾਹਦਾ ਜਿਹੜਾ ਗੁਰੂ ਨੂੰ ਸਵਾਲ ਕਰ ਜਾਵੇ ਜਾਂ ਗੁਰੂ ਦੇ ਕੀਤੇ ਸਵਾਲ ਦਾ ਜਵਾਬ ਨਾ ਦੇਵੇ। ਮਹਾਰਾਜ ਉਹ ਸਿੱਖ ਨਹੀਂ ਜਿਹੜਾ ਗੁਰੂ ਤੇ ਤਰਕ ਕਰਦਾ ਹੈ। ਅੱਜ ਥਾਂ ਥਾਂ ਤੇ ਹੁੰਦਾ ਹੈ, ਥਾਂ ਥਾਂ ਤੇ। ਅੰਮ੍ਰਿਤਸਰ ਸਾਹਿਬ ਦੇ ਸਰੋਵਰ ਵਿੱਚ ਤਾਕਤ ਨਹੀਂ, ਗੁਰਬਾਣੀ ਦੇ ਵਿੱਚੋਂ ਤਾਕਤ ਨਹੀਂ ਮਿਲਦੀ। ਗੁਰੂ ਨਾਨਕ ਪਾਤਸ਼ਾਹ ਇੱਕ ਸਧਾਰਨ ਮਨੁੱਖ ਸਨ, ਥਾਂ ਥਾਂ ਤੇ ਤਰਕ ਪੈਦਾ ਹੋ ਰਿਹਾ। ਵੇਖੋ, ਦੋ ਬੇਨਤੀਆਂ ਕਰ ਲੱਗਾ, ਇਹਨੂੰ ਧਿਆਨ ਨਾਲ ਸਰਵਣ ਕਰਿਓ ਜਿੰਨੇ ਕੁ ਤੁਸੀਂ ਟਿਕੇ ਹੋ। ਤਰਕ ਦਾ ਕੋਈ ਪੈਰਾਮੀਟਰ ਨਹੀਂ, ਤਰਕ ਕਿਤੇ ਵੀ ਕੀਤਾ ਜਾ ਸਕਦਾ ਹੈ, ਕਿਤੇ ਵੀ। ਜਿਵੇਂ ਜਥੇਦਾਰ ਗਿਆਨੀ ਬਲਵਿੰਦਰ ਸਿੰਘ ਜੀ ਕਹਿ ਰਹੇ ਸੀ ਕਿ ਆ ਮੈਟ ਇੱਧਰ ਹੁੰਦਾ, ਜਾਂ ਕਿਸੇ ਆਪਾਂ ਇਹ ਕਹਿ ਸਕਦੇ ਕਿ ਆ ਪਾਸੇ ਵਾਲੀਆਂ ਚਾਨਣੀਆਂ ਪਾਸੇ ਹੋ ਜਾਣ। ਬੰਦੇ ਦੇ ਮਨ ਦੀ ਮਨਸ਼ਾ ਆਪਾਂ ਕਿਤੇ ਵੀ ਕਹਿ ਸਕਦੇ ਹਾਂ, ਕੁਝ ਵੀ ਗੱਲ ਕਰ ਸਕਦੇ ਹਾਂ। ਬੰਦਾ ਆਪਣੇ ਮਨ ਦਾ ਵਲਵਲਾ ਵੀ ਕੱਢ ਲੈਂਦਾ ਹੈ ਕਿਸੇ ਵੀ ਤਰੀਕੇ ਨਾਲ। ਤਰਕ ਕਿਤੇ ਵੀ ਕੀਤਾ ਜਾ ਸਕਦਾ, ਪਰ ਸ਼ਰਧਾ ਵਿੱਚ ਕੁਝ ਵੀ ਕੀਤਾ ਜਾ ਸਕਦਾ ਹੈ। ਤਰਕ ਤਾਂ ਕਿਤੇ ਕਰ ਲਓਗੇ, ਹੋ ਸਕਦਾ ਹੈ। ਤਰਕ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ, ਭਾਈ ਬਚਿੱਤਰ ਸਿੰਘ ਹਾਥੀ ਦੇ ਮੱਥੇ ਵਿੱਚ ਨਾਗਣੀ ਨਹੀਂ ਮਾਰੀ, ਤਰਕ ਕਹਿ ਦਿੰਦਾ ਹੈ। ਮੈਂ ਕਈ ਵਾਰੇ ਪ੍ਰਸੰਗ ਸਟੇਜਾਂ ਸਾਂਝਾ ਕੀਤਾ ਹੈ ਔਰ ਬਿਲਕੁਲ ਇਸ ਨੂੰ ਸਾਇੰਟੀਫਿਕ ਵੇ ਦੇ ਨਾਲ ਮੈਂ ਇਸ ਪ੍ਰਸੰਗ ਦਾ ਰਿਜ਼ਲਟ ਕੱਢਦਾ ਹੁੰਦਾ ਕਿ ਹਾਂ ਭਾਈ ਬਚਿੱਤਰ ਸਿੰਘ ਸੱਚਮੁੱਚ ਹੀ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰ ਸਕਦਾ ਹੈ। ਤਰਕ ਕਿਤੇ ਵੀ ਹੋ ਸਕਦਾ ਹੈ, ਸ਼ਰਧਾ ਵਿੱਚ ਕੁਝ ਵੀ ਹੋ ਸਕਦਾ ਹੈ। ਭਾਈ ਨੰਦ ਲਾਲ ਨੇ ਆਖਿਆ, ਮਹਾਰਾਜ ਮੇਰੀ ਕੀ ਔਕਾਤ, ਮੈਂ ਤੁਹਾਨੂੰ ਸਵਾਲ ਕਰ ਜਾਵਾਂ, ਪਰ ਇੱਕ ਬੇਨਤੀ ਕਰ ਸਕਦਾ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ। ਪਾਤਸ਼ਾਹ ਕਹਿੰਦੇ, ਬੋਲ ਨੰਦ ਲਾਲ। ਕਹਿੰਦਾ, ਮਹਾਰਾਜ ਤੁਸੀਂ ਅੱਜ ਕੀ ਕਰ ਰਹੇ ਸੀ? ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਸੀ, ਤੁਸੀਂ ਦਰਸ਼ਨ ਨਹੀਂ ਸੀ ਦੇ ਰਹੇ। ਤੇ ਸਤਿਗੁਰਾਂ ਨੇ ਜਵਾਬ ਦਿੱਤਾ, ਮਹਾਰਾਜ ਕਹਿੰਦੇ, ਭਾਈ ਨੰਦ ਲਾਲ ਤੇਰੇ ਨਾਲ ਪ੍ਰੇਮ ਦੀਆਂ ਖੇਡਾਂ ਖੇਡ ਰਿਹਾ ਸਾਂ, ਪ੍ਰੇਮ ਦੀਆਂ ਖੇਡਾਂ। ਤੇ ਭਾਈ ਨੰਦ ਲਾਲ ਨੇ ਜਵਾਬ ਪਤਾ ਕੀ ਦਿੱਤਾ? ਭਾਈ ਨੰਦ ਲਾਲ ਕਹਿੰਦੇ, ਸਤਿਗੁਰੂ ਤੁਹਾਡੇ ਪ੍ਰੇਮ ਦੀਆਂ ਖੇਡਾਂ ਨੇ ਅੱਜ ਨੰਦ ਲਾਲ ਦੀ ਜਾਨ ਲੈ ਲੈਣੀ ਸੀ। ਕਿਉਂ? ਨੰਦ ਲਾਲ ਇੰਨਾ ਪਿਆਰ ਗੁਰੂ ਨਾਲ, ਕਿਤੇ ਸਾਡਾ ਵੀ ਬਣੇ। ਭਾਈ ਨੰਦ ਲਾਲ ਕਹਿੰਦੇ, ਪਾਤਸ਼ਾਹ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਸਤਿਗੁਰੂ ਜੀ ਇੱਕ ਘੜੀ ਵੀ ਨਾ ਮਿਲੋ ਤੇ ਮੇਰੇ ਭਾ ਦੀ ਪਰਲੋ ਆ ਜਾਂਦੀ ਹੈ। ਤੁਸੀਂ ਕੀ ਕਰ ਰਿਹਾ ਸੀ? ਤੁਹਾਡੀਆਂ ਖੇਡਾਂ ਨੰਦ ਲਾਲ ਦੀ ਜਾਨ ਲੈ ਲੈਣੀ ਸੀ। ਪਾਤਸ਼ਾਹ ਕਹਿੰਦੇ, ਨੰਦ ਲਾਲ ਪਰ ਤੁਸੀਂ ਦੱਸੋ ਕਿ ਤੁਸੀਂ ਪੈਰ ਜ਼ੋਰ ਦੀ ਧਰਤੀ ਤੇ ਮਾਰ ਕੇ ਨਹੀਂ ਕਿਉਂ ਕਿਹਾ? ਭਾਈ ਨੰਦ ਲਾਲ ਨੇ ਆਖਿਆ, ਮਹਾਰਾਜ ਤੁਸੀਂ ਕਰ ਰਹੇ ਸੀ ਕੇਸ ਹਰੇ, ਤੁਸੀਂ ਕੇਸੀ ਇਸ਼ਨਾਨ ਕੀਤਾ, ਕੇਸ ਹਰੇ ਕਰ ਰਹੇ, ਸੁੰਦਰ ਕੇਸਾਂ ਵੱਲ ਮੈਂ ਤੱਕਿਆ ਤੇ ਸਤਿਗੁਰੂ ਮਗਰ ਬੈਠੇ ਬੈਠੇ ਦੇ ਮਨ ਵਿੱਚ ਇੱਕ ਖਿਆਲ ਆ ਗਿਆ। ਆ ਵੇਖੋ, ਜਿਹੜੇ ਕੇਸਾਂ ਤੋਂ ਮੁਨਕਰ ਹੁੰਦੇ ਨੇ, ਸਿੱਖੀ ਤੋਂ ਮੁਨਕਰ ਹੁੰਦੇ ਨੇ। ਜਥੇਦਾਰ ਬਲਵਿੰਦਰ ਸਿੰਘ ਜੀ ਹੋਣਾ ਬੇਨਤੀ ਕੀਤੀ ਨਾ ਕਿ ਸੰਗਤ ਜੀ ਜਿਹੜਾ ਗੁਰੂ ਘਰ ਦੇ ਵਿੱਚ ਕੋਈ ਪ੍ਰਚਾਰ ਕਰਦਾ ਹੈ, ਬੱਚਿਆਂ ਨੂੰ ਕੀਰਤਨ ਸਿਖਾਉਂਦਾ, ਉਹਦਾ ਵੱਧ ਤੋਂ ਵੱਧ ਸਤਿਕਾਰ ਕਰੋ, ਕਿਉਂਕਿ ਤੁਹਾਡੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਨੇ। ਬੇਨਤੀ ਕਰ ਲਗਾ, ਕੇਸਾਂ ਨਾਲ ਭਾਈ ਨੰਦ ਲਾਲ ਦਾ ਕਿੰਨਾ ਪਿਆਰ ਹੈ। ਭਾਈ ਨੰਦ ਲਾਲ ਨੇ ਆਖਿਆ, ਮਹਾਰਾਜ ਮਗਰ ਬੈਠਿਆਂ ਬੈਠਿਆਂ ਮਨ ਵਿੱਚ ਇੱਕ ਖਿਆਲ ਆਇਆ ਕਿ ਨੰਦ ਲਾਲ ਜੇ ਕੋਈ ਦੁਨੀਆ ਦਾ ਬੰਦਾ ਤੈਨੂੰ ਇਹ ਗੱਲ ਕਹਿ ਦਵੇ ਕਿ ਦੋ ਜਹਾਨਾਂ ਦੀ ਦੌਲਤ ਤੇਰੇ ਪੈਰਾਂ ਵਿੱਚ ਰੱਖ ਦਿੰਨੇ ਆ,
ਪਰ ਇਸ ਦੇ ਬਦਲੇ ਕਲਗੀਧਰ ਪਾਤਸ਼ਾਹ ਦੇ ਇੱਕ ਕੇਸ ਦੀ ਤਾਰ ਸਾਨੂੰ ਦੇ ਦੇ ਤੇ ਭਾਈ ਨੰਦ ਲਾਲ ਕਹਿੰਦੇ ਮੈਂ ਪੈਰ ਦੇ ਠੁੱਡੇ ਨਾਲ ਦੋ ਜਹਾਨਾਂ ਦੀ ਦੌਲਤ ਠੁਕਰਾ ਦਿੱਤੀ। ਉਹਨਾਂ ਗਜ਼ਲ ਉਚਾਰੀ, ਉਹ ਕਹਿੰਦੇ ਦੀਨੋ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰਮਾ ਹਰ ਦੋ ਆਲਮ ਖੀਮ ਤੇ ਯਕ ਤਾਰ ਬੂਏ ਯਾਰਮਾ। ਪਾਤਸ਼ਾਹ ਤੇਰੇ ਕੇਸਾਂ ਦੀ ਇੱਕ ਤਾਰ ਬਦਲੇ ਨੰਦ ਲਾਲ ਦੀ ਨਿਗਾਹ ਵਿੱਚ ਦੋ ਜਹਾਨਾਂ ਦੀ ਦੌਲਤ ਕੁਝ ਵੀ ਮਿਹਣਾ ਨਹੀਂ ਖਾਉਂਦੀ। ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇੰਨਾ ਪਿਆਰ ਹੈ, ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਹੁਕਮ ਹੈ, ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਕੌਮ ਦੇ ਮਹਾਨ ਸ਼ਹੀਦ ਨੂੰ ਯਾਦ ਕਰ ਰਹੇ ਹਾਂ, ਬਾਬਾ ਵੀਰ ਸਿੰਘ ਜੀ ਦੀ ਯਾਦ ਵਿੱਚ ਜੁੜ ਕੇ ਬੈਠੇ ਹੋ। ਐਸੇ ਧਰਮੀ ਪੁਰਸ਼ ਸੰਤ ਪਰਉਪਕਾਰੀ, ਇੱਕ ਹੁੰਦਾ ਹੈ ਪਰਉਪਕਾਰ, ਇੱਕ ਹੁੰਦਾ ਹੈ ਉਪਕਾਰ। ਪਰਉਪਕਾਰ ਉਸ ਨੂੰ ਕਿਹਾ ਜਾਂਦਾ ਹੈ, ਪਰ ਦਾ ਭਾਵ ਹੈ ਪਰਾਇਆ ਜਿਸ ਨੂੰ ਨਾ ਜਾਣਦੇ ਹੋਈਏ, ਉਪ ਦਾ ਭਾਵ ਹੈ ਉਸ ਨੂੰ ਉੱਚਾ ਚੁੱਕਣਾ, ਤੇ ਕਾਰ ਦਾ ਭਾਵ ਹੁੰਦਾ ਕਰਮ ਕਰਨਾ। ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਜਿਹੜੇ ਕਰਮ ਕੀਤੇ, ਉਹਨਾਂ ਨੂੰ ਅੱਜ ਤਾਂ ਹੀ ਤਾਂ ਦੁਨੀਆ ਪਰਉਪਕਾਰੀ ਸੰਤ ਬਾਬਾ ਵੀਰ ਸਿੰਘ ਜੀ ਸ਼ਹੀਦ ਨੌਰੰਗਾਬਾਦ ਵਾਲੇ ਕਹਿੰਦੇ ਨੇ। ਔਰ ਉਹਨਾਂ ਦੀ ਨਿੱਘੀ ਮਿੱਠੀ ਯਾਦ, ਉਹਨਾਂ ਦੇ ਜਨਮ ਦਿਹਾੜੇ ਨੂੰ ਅੱਜ ਦੇ ਦੀਵਾਨ ਡੈਡੀਕੇਟ ਕੀਤੇ ਗਏ ਨੇ। ਬੜੀ ਭਾਵਨਾ ਨਾਲ ਜੁੜ ਕੇ ਬੈਠੇ ਹੋ। ਮੈਨੂੰ ਵੀ ਜੋ ਹੁਕਮ ਲੱਗਾ ਮੈਂ ਉਹ ਵੀ ਸਾਂਝਾ ਕਰਨਾ ਹੈ। ਇਸ ਤੋਂ ਪਹਿਲਾਂ ਪਾਤਸ਼ਾਹ ਤੋਂ ਆਗਿਆ ਲੈ ਲਈਏ, ਝੁਕਾਓ ਸੀਸ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਦਬ ਸਤਕਾਰ ਸਾਥ ਦੋਨੋਂ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਵੀਰ ਸਿੰਘ ਸਾਹਿਬ ਜੀ ਨੇ ਦੁਨੀਆ ਦੇ ਉੱਤੇ ਉਹ ਕਰਕੇ ਵਿਖਾਇਆ ਜਿਸ ਨੂੰ ਇਤਿਹਾਸ ਦੇ ਵਿੱਚ ਸੁਨਹਿਰੀ ਪੱਤਰਿਆਂ ਉੱਤੇ ਸੁਨਹਿਰੀ ਕਲਮਾਂ ਦੇ ਨਾਲ ਸੁਨਹਿਰੀ ਸ਼ਾਹੀ ਦੇ ਨਾਲ ਲਿਖਿਆ ਗਿਆ ਹੈ। ਵੇਖੋ ਗੁਰਦੁਆਰਾ, ਬਹੁਤ ਗੁਰਦੁਆਰਾ ਸਾਹਿਬਾਨ ਬਣੇ ਨੇ ਪੰਜਾਬ ਵਿੱਚ, ਪੰਜਾਬ ਤੋਂ ਬਾਅਦ ਸਟੇਟਾਂ ਵਿੱਚ ਜਾਂ ਵਿਦੇਸ਼ਾਂ ਵਿੱਚ, ਪਰ ਜੇ ਮੈਂ ਇਹ ਕਹਿ ਲਵਾਂ ਕਿ ਸਭ ਤੋਂ ਵੱਧ ਅਸਥਾਨ ਕਿਸੇ ਸੰਤ ਦੇ ਹਨ ਤੇ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਹਨ। ਜੇ ਗੁਰੂ ਦਾ ਸਿੱਖ ਇੱਕ ਦਿਨ ਵੀ ਇੱਕ ਸਥਾਨ ਦੇ ਦਰਸ਼ਨ ਕਰਨ ਜਾਵੇ ਨਾ ਤੇ ਪੂਰਾ ਸਾਲ ਲੰਘ ਜਾਂਦਾ ਹੈ। 365 ਤੋਂ ਵੱਧ ਸਥਾਨ ਬਾਬਾ ਵੀਰ ਸਿੰਘ ਸਾਹਿਬ ਜੀ ਦੀ ਯਾਦ ਵਿੱਚ ਬਣੇ ਨੇ। ਉਹਨਾਂ ਨੇ ਕੁਝ ਕੀਤਾ ਹੈ, ਸਾਡੇ ਵਡੇਰੇ ਮਰ ਗਏ, ਦੁਨੀਆ ਤੋਂ ਚਲੇ ਗਏ, ਅਸੀਂ ਤਾਂ ਸ਼ਾਇਦ ਕਿਸੇ ਦਾ ਵਰੀਨੇ ਬਾਅਦ ਪਾਠ ਵੀ ਨਹੀਂ ਕਰਾਇਆ। ਇਸ ਤਰ੍ਹਾਂ ਹੀ ਹੁੰਦਾ ਹੈ, ਪਹਿਲਾਂ ਅਸੀਂ ਅਖੰਡ ਪਾਠ ਸਾਹਿਬ ਕਰਵਾਉਂਦੇ ਸਾਂ, ਮਹੀਨੇ ਬਾਅਦ ਵਰੇ ਬਾਅਦ ਕਰਾਇਆ ਜਾਂਦਾ ਸੀ, ਘਰ 'ਚ ਸੁੱਖ ਸ਼ਾਂਤੀ ਵੀ ਰਵੇ। ਹੁਣ ਤਾਂ ਸਿੰਘੋ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਕੋਈ ਵਡੇਰਾ ਚਲਿਆ ਗਿਆ ਨਾ ਤੇ ਅਗਲੇ ਭੋਗ ਦੇ ਉੱਤੇ ਵੀ 10ਵੇਂ ਉੱਤੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਸਾਰ ਦਿੰਦੇ ਨੇ। ਗੱਲ ਕੀ ਹੈ ਕਿ ਅਸੀਂ ਆਪਣੇ ਵਡੇਰਿਆਂ ਨੂੰ ਯਾਦ ਨਹੀਂ ਕਰਦੇ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਕੁਝ ਕੀਤਾ ਹੈ, ਜਿਨ੍ਹਾਂ ਨੇ ਕਿਸੇ ਲਈ ਆਪਣੀ ਜ਼ਿੰਦਗਾਨੀ ਵਾਰੀ ਹੈ। ਦੁਨੀਆ ਤੇ ਲੋਕ ਆਉਂਦੇ ਨੇ ਚਲੇ ਜਾਂਦੇ ਨੇ, ਉਹ ਇੱਕ ਆਮ ਜ਼ਿੰਦਗੀ ਹੰਢਾ ਕੇ ਚਲੇ ਜਾਂਦੇ ਨੇ। ਜ਼ਿੰਦਗੀ ਤਾਂ ਪਸ਼ੂ ਪੰਛੀ ਵੀ ਹੰਢਾਉਂਦੇ ਨੇ, ਜਾਨਵਰ ਵੀ ਹੰਢਾਉਂਦੇ ਨੇ, ਪਰ ਜ਼ਿੰਦਗੀ ਕਿਸੇ ਦੇ ਲੇਖੇ ਲਾਦ ਨਹੀਂ। ਜੇ ਕਿਸੇ ਤੋਂ ਸਿੱਖਿਆ ਜਾ ਸਕਦਾ ਹੈ ਤਾਂ ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਕੋਲੋਂ ਸਿੱਖਿਆ ਜਾ ਸਕਦਾ ਹੈ। ਉਹਨਾਂ ਦੇ ਜੀਵਨ ਨੂੰ ਅਪਣਾ ਕੇ, ਉਹਨਾਂ ਦੇ ਜੀਵਨ ਵਿੱਚੋਂ ਕੁਝ ਸੇਧ ਲੈ ਕੇ ਆਪਣੇ ਜੀਵਨ ਨੂੰ ਢਾਲਿਆ ਜਾ ਸਕਦਾ ਹੈ। ਸਮਾਂ ਬੇਹੱਦ ਕੀਮਤੀ ਹੈ ਤੇ ਜਥੇਦਾਰ ਜੀ ਹੁਣਾਂ ਇਹ ਹੁਕਮ ਲਾਇਆ ਕਿ ਕੋਈ 5 ਮਿੰਟ ਅੱਗੇ ਨਾ ਜਾਵੇ। ਮੇਰੀ ਵੈਸੇ ਵੀ ਇੱਕ ਆਦਤ ਹੈ, ਮੇਰੇ ਪੂਜਾ ਪਿਤਾ ਉਸਤਾਦ ਜੀ ਸਤਿਕਾਰਯੋਗ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ, ਜੋ ਇਹਨਾਂ ਦਿਨਾਂ ਵਿੱਚ ਇੰਗਲੈਂਡ ਦੀ ਧਰਤੀ ਤੇ ਢਾਡੀ ਕਲਾ ਦਾ ਪ੍ਰਚਾਰ ਕਰ ਰਹੇ ਨੇ, ਦਾਦਾ ਉਸਤਾਦ ਜੀ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਬੀਏ ਸਾਹਿਬ ਅਤੇ ਪੜਦਾਦਾ ਉਸਤਾਦ ਜੀ, ਤੁਹਾਡੇ ਵਿੱਚੋਂ ਬੜਿਆਂ ਨੇ ਦਰਸ਼ਨ ਕੀਤੇ ਹੋਣਗੇ। ਸ਼੍ਰੋਮਣੀ ਢਾਡੀ, ਢਾਡੀਆਂ ਦੇ ਪੈਤਾਮਾ, ਢਾਡੀਆਂ ਦੇ ਪੈਗੰਬਰ ਸੁਲਤਾਨਨ ਢਾਡੀ, ਸੱਚਖੰਡ ਵਾਸੀ, ਗੁਰਪੁਰ ਵਾਸੀ, ਸਤਿਕਾਰਯੋਗ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਜੀ। ਇੱਕ ਹਦਾਇਤ ਹੈ ਸੰਪਰਦਾਇ ਨੂੰ ਕਿ ਸਮਾਂ ਕਿਸੇ ਦਾ ਵੱਧ ਲਾਉਣਾ ਨਹੀਂ ਤੇ ਆਪਣਾ ਹੋ ਸਕੇ ਤੇ ਕਿਸੇ ਲਈ 2 ਮਿੰਟ ਛੱਡ ਵੀ ਦੇਣੇ ਤੇ ਕੋਈ ਵੱਡੀ ਗੱਲ ਨਹੀਂ। ਇਸ ਲਈ ਉਸ ਹਦਾਇਤ ਦੇ ਅੰਦਰ ਰਵਾਂਗਾ ਜਿੰਨਾ ਸਮਾਂ ਦਿੱਤਾ ਗਿਆ ਹੈ। ਮੈਨੂੰ ਬੜਾ ਮਾਣ ਹੈ ਕਿ ਸਟੇਜ ਉੱਤੇ ਪੂਜਨੀਕ ਸੰਤ ਸਤਿਕਾਰਯੋਗ ਬਾਬਾ ਚਰਨ ਸਿੰਘ ਸਾਹਿਬ ਜੀ, ਵੈਸੇ ਤੇ ਸੰਤਾਂ ਮਹਾਂਪੁਰਸ਼ਾਂ ਦਾ ਨਾਮ ਲੈਣਾ ਇਹ ਸਾਡੇ ਵਰਗਿਆਂ ਨੂੰ ਸ਼ੋਭਾ ਨਹੀਂ ਦਿੰਦਾ, ਜਿਨ੍ਹਾਂ ਕੋਈ ਬੰਦਗੀ ਕੀਤੀ ਹੋਵੇ, ਜਿਨ੍ਹਾਂ ਇਬਾਦਤ ਕੀਤੀ ਹੋਵੇ। ਤਾਂ ਮੈਂ ਇਸ ਕਰਕੇ ਬੇਨਤੀ ਕਰ ਦਿੱਤੀ ਹੈ ਕਿ ਬਾਬਾ ਚਰਨ ਸਿੰਘ ਸਾਹਿਬ ਜੀ ਹੁਣਾਂ ਦੇ ਲਖਤੇ ਜਿਗਰ ਹੋਣਹਾਰ ਫਰਜ਼ੰਦ ਸਤਿਕਾਰਯੋਗ ਮੇਰੇ ਤਬਲਾ ਵਾਦਕ ਉਸਤਾਦ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ, ਜਿਨ੍ਹਾਂ ਕੋਲੋਂ ਮੈਂ ਤਬਲਾ ਸਿੱਖਿਆ, ਤੇ ਬਾਬਾ ਜੀ ਹੁਣਾਂ ਨੂੰ ਕਈ ਵਾਰ ਬੇਨਤੀ ਕੀਤੀ ਕਿ ਉਹਨਾਂ ਦੇ ਸਿਖਾਏ ਹੋਏ ਤਬਲੇ ਸਦਕਾ ਮੈਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ 5 ਵਾਰ ਹਾਜ਼ਰੀ ਭਰੀ ਹੈ, ਜਿੱਥੇ ਸੰਗਤ ਇਸ ਲਈ ਤਰਸਦੀ ਹੈ ਕਿ ਕਿਤੇ ਰਾਗੀ ਸਿੰਘਾਂ ਦੇ ਮਗਰ ਬੈਠਣ ਨੂੰ 1 ਮਿੰਟ ਦੀ ਜਗ੍ਹਾ ਮਿਲ ਜਾਵੇ। ਭਾਗਾਂ ਵਾਲੇ ਆ ਕਿ ਉਹਨਾਂ ਨੇ ਐਸੀ ਵਿਦਿਆ ਦਿੱਤੀ
ਕਿ ਦਰਬਾਰ ਸਾਹਿਬ ਦੀ ਪਾਵਨ ਬਾਰਗਾ ਦੇ ਅੰਦਰ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਦੀ ਨਿੱਘੀ ਗੋਤ ਵਿੱਚ 5 ਵਾਰ ਕੀਰਤਨ ਕਰਨ ਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਸੁਭਾਗ ਭਰਿਆ ਮੌਕਾ ਬਖਸ਼ਿਸ਼ ਕੀਤਾ ਹੈ। ਔਰ ਜਥੇਦਾਰ ਪ੍ਰਿਤਪਾਲ ਸਿੰਘ ਜੀ ਉਹਨਾਂ ਵੱਲੋਂ ਸ਼੍ਰੀ ਮਾਨ ਸੱਚਖੰਡ ਵਾਸੀ ਬਾਬਾ ਤਾਰਾ ਸਿੰਘ ਸਾਹਿਬ ਜੀ ਅਤੇ ਬਾਬਾ ਸੁੱਖਾ ਸਿੰਘ ਜੀ ਦੇ ਨਾਮ ਤੇ ਬੇਅੰਤ ਪਿਆਰ ਭੇਜਿਆ ਗਿਆ ਹੈ। ਤੁਸੀਂ ਸਾਰਿਆਂ ਪਿਆਰ ਭੇਜਿਆ ਹੈ, ਤੁਹਾਡੇ ਅਰਦਾਸੇ ਪ੍ਰਵਾਨ ਗੁਰੂ ਕਰੇ। ਔਰ ਜਿਹੜੇ ਬਾਕੀ ਬੱਚੇ ਮੈਂ ਅਖੀਰ ਤੇ ਕਰ ਦੇਵਾਂਗਾ। ਇਤਿਹਾਸਕ ਲੜੀ ਨੂੰ ਛੋਈਏ, ਸਮਾਂ ਬੜਾ ਤੇਜ਼ੀ ਨਾਲ ਨਿਕਲ ਗਿਆ। ਇੱਕ ਵਾਰ ਆਖੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਲਾਹੌਰ ਦੇ ਵਿੱਚ ਬੈਠਾ ਜ਼ਕਰੀਆ ਖਾਨ। ਇਹ ਪ੍ਰਸੰਗ ਜੋ ਮੈਂ ਸਾਂਝਾ ਕਰਨ ਲੱਗਾ ਨਾ, ਬਹੁਤ ਘੱਟ ਢਾਡੀ ਕਲਾ ਦੀ ਸਾਂਢ ਤੇ ਚੜ੍ਹਦਾ ਹੈ, ਬਹੁਤ ਘੱਟ। ਇਹ ਨਹੀਂ ਮੈਂ ਦਾਵਾ ਕਰਦਾ ਕਿ ਚੜਿਆ ਨਹੀਂ, ਗਾਇਆ ਜਾਂਦਾ ਹੈ, ਗਾਉਂਦੇ ਨੇ ਸਤਿਕਾਰਯੋਗ ਜਥੇ, ਪਰ ਬਹੁਤ ਘੱਟ ਗਾਉਂਦੇ ਨੇ। ਜ਼ਕਰੀਆ ਖਾਨ ਨੇ ਮੌਲਵੀ ਮੁਲਾਣੇ ਇਕੱਠੇ ਕੀਤੇ ਤੇ ਕਹਿੰਦਾ ਮੌਲਵੀ ਸਾਹਿਬ ਮੈਂ ਸਿੰਘਾਂ ਨੂੰ ਮਾਰ ਮਾਰ ਕੇ ਥੱਕ ਗਿਆ। ਇਹ ਮੁੱਕਦੇ ਨਹੀਂ, ਕਰਦਾ ਪਤਾ ਕੀ ਸੀ, ਇਹਨੇ ਜਿਉਂਦੇ ਸਿੰਘ ਨੂੰ ਧਰਤੀ ਵਿੱਚ ਗੱਡਣਾ, ਉਹਦੇ ਸਿਰ ਦਾ ਸੀਸ ਦਾ ਸੁੰਦਰ ਦਮਾਲਾ ਲਾ ਕੇ, ਉਹਦੇ ਕੇਸ ਖੋਲ ਕੇ ਉਹਦੇ ਵਿੱਚ ਦਹੀਂ ਪਾ ਦੇਣਾ ਤੇ ਸ਼ਿਕਾਰੀ ਕੁੱਤਿਆਂ ਦੀਆਂ ਰੱਸੀਆਂ ਖੋਲ ਦੇਣੀਆਂ। ਸ਼ਿਕਾਰੀ ਕੁੱਤਿਆਂ ਨੇ ਆਉਣਾ, ਸਿੰਘਾਂ ਦੇ ਸਿਰ ਦਾ ਮਾਸ ਨੋਚ ਨੋਚ ਕੇ ਖਾ ਜਾਣਾ ਤੇ ਮਿੱਝ ਬਾਹਰ ਕੱਢ ਕੇ ਸੁੱਟ ਦੇਣੀ। ਔਰ ਇਸ ਤੋਂ ਕਾਂ ਵੀ ਕਰਦਾ ਸੀ ਇਹ, ਸਿੰਘਾਂ ਨੂੰ ਜਿਉਂਦਿਆਂ ਨੂੰ ਧਰਤੀ ਵਿੱਚ ਗੱਡ ਕੇ ਇਸ ਨੇ ਇਹ ਵੀ ਕੰਮ ਕੀਤਾ, ਉਹਨਾਂ ਦੇ ਸਿਰ ਵਿੱਚ ਲੋਹੇ ਦੀਆਂ ਮੁੰਗਲੀਆਂ ਮਾਰ ਮਾਰ ਕੇ ਸਿਰ ਫੇਰ ਦਿੱਤੇ। ਕਹਿੰਦਾ ਪਰ ਸਿੰਘ ਮੁੱਕਦੇ ਨਹੀਂ। ਇਹਨੇ ਹੋਰ ਵੀ ਕੰਮ ਕੀਤਾ, ਉਹ ਪਤਾ ਕਿਹੜਾ ਕੀਤਾ? ਕਹਿੰਦਾ ਮੈਂ ਸਿੰਘਾਂ ਨੂੰ ਆਪਸ ਵਿੱਚ ਲੜਾਵਾਂਗਾ, ਇਹ ਆਪਸ ਵਿੱਚ ਪੱਗੋ ਪੱਗੀ ਨਾ ਹੋਏ ਤੇ ਮੈਨੂੰ ਕਿਸੇ ਜ਼ਕਰੀਆ ਖਾਨ ਨਹੀਂ ਕਹਿਣਾ। ਕੀ ਕੀਤਾ ਇਸਨੇ? ਇਹਨੇ ਸਰਦਾਰ ਸ਼ਬੇਗ ਸਿੰਘ ਦੇ ਹੱਥ ਇੱਕ ਨਵਾਬੀ ਦਰਬਾਰ ਸਾਹਿਬ ਭੇਜੀ। ਕੌਮ ਦਾ ਜਥੇਦਾਰ ਬੈਠਾ ਸਰਦਾਰ ਦਰਬਾਰਾ ਸਿੰਘ, ਉਹਦੇ ਸਾਹਮਣੇ ਨਵਾਬੀ ਦੀ ਪੇਸ਼ਗੋਈ ਕੀਤੀ ਗਈ ਤੇ ਜਥੇਦਾਰ ਸਰਦਾਰ ਦਰਬਾਰਾ ਸਿੰਘ ਨੇ ਆਖਿਆ ਨਵਾਬੀ ਮੈਂ ਤੇ ਲੈਣੀ ਨਹੀਂ। ਜਿਸ ਕਿਸੇ ਨੂੰ ਪੁੱਛਿਆ ਜਾਵੇ ਸਾਰੇ ਹੀ ਸਿਰ ਵਿੱਚ ਨਾ ਫੇਰ ਜਾਣ। ਆਖਿਰਕਾਰ ਇੱਕ ਹੁਕਮਨਾਮਾ ਲਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਤਖਤ ਸਾਹਿਬ ਚਰਨਾਂ ਵਿੱਚ ਅਰਦਾਸ ਕਰਕੇ ਕਿ ਪਾਤਸ਼ਾਹ ਕਿਰਪਾ ਕਰੋ, ਨਵਾਬੀ ਲੈਣ ਵਾਸਤੇ ਕੋਈ ਤਿਆਰ ਨਹੀਂ ਤੇ ਤੁਸੀਂ ਹੁਕਮ ਕਰੋ। ਫਿਰ ਇੱਕ ਹੁਕਮਨਾਮਾ ਆਇਆ ਕਿ ਜਿਹੜਾ ਸੇਵਾ ਕਰਦਾ ਹੋਵੇ ਨਾ, ਟਹਿਲ ਸੇਵਾ, ਉਹਨੂੰ ਨਵਾਬੀ ਦੇ ਦਿੱਤੀ ਜਾਵੇ। ਤਾਂ ਸੇਵਾ ਕਰ ਰਿਹਾ ਸੀ ਗੁਰੂ ਕੀ ਸੰਗਤ ਵਿੱਚ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ। ਇਹ ਫੈਜ਼ਲਪੁਰ ਦਾ ਅੱਜ ਕੱਲ ਨਾਮ ਪਤਾ ਕੀ ਹੈ? ਸਿੰਘਪੁਰਾ। ਜਦੋਂ ਤੁਸੀਂ ਭਿੱਖੀਵਿੰਡ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਜਾਂਦੇ ਹੋ, ਇਹ ਗੱਗੋਬੂਏ ਵਾਲਾ ਰੋਡ ਬਾਬਾ ਵੀਰ ਸਿੰਘ ਜੀ ਦੇ ਸਥਾਨ ਵਾਲਾ, ਉੱਥੇ ਨਗਰ ਭਿੱਖੀਵਿੰਡ ਤੇ ਸੁਰ ਸਿੰਘ ਦੇ ਵਿਚਕਾਰ ਇੱਕ ਨਗਰ ਹੈ ਸਿੰਘਪੁਰਾ। ਇਹਦਾ ਪਹਿਲਾ ਨਾਮ ਸੀ ਫੈਜ਼ਲਪੁਰਾ। ਫੈਜ਼ਲਪੁਰਾ ਫੈਜ਼ਲ ਖਾਨ ਦਾ ਵਸਾਇਆ ਹੋਇਆ ਨਗਰ ਹੈ। ਇਹ ਜਦੋਂ ਆਪ ਉਧਰੀਆਂ ਕਰ ਲਾਪਿਆ ਤੇ ਸਰਦਾਰ ਕਪੂਰ ਸਿੰਘ ਨੇ ਫੈਜ਼ਲ ਖਾਨ ਨੂੰ ਸੋਧਾ ਲਾਇਆ, ਉਹਦਾ ਨਾਮ ਬਦਲ ਕੇ ਸਿੰਘਪੁਰਾ ਰੱਖ ਦਿੱਤਾ। ਖੈਰ ਸਰਦਾਰ ਕਪੂਰ ਸਿੰਘ ਸੇਵਾ ਕਰ ਰਿਹਾ ਹੈ। ਪੰਜ ਸਿੰਘ ਸਾਹਿਬਾਨਾਂ ਨੇ ਆਖਿਆ ਸਰਦਾਰ ਕਪੂਰ ਸਿੰਘ ਮਹਾਰਾਜ ਦਾ ਹੁਕਮਨਾਮਾ ਲਿਖਿਆ ਕਿ ਨਵਾਬੀ ਤੈਨੂੰ ਦਿੱਤੀ ਜਾਵੇਗੀ। ਤੇ ਸਰਦਾਰ ਕਪੂਰ ਸਿੰਘ ਨੇ ਆਖਿਆ ਮੈਂ ਨਹੀਂ ਤਿਆਰ। ਜਥੇਦਾਰ ਨੇ ਆਖਿਆ ਤੈਨੂੰ 5 ਪਿਆਰੇ ਹੁਕਮ ਕਰਦੇ, ਨਵਾਬੀ ਪ੍ਰਵਾਨ ਕਰਨੀ ਪਵੇਗੀ। ਅੱਜ ਤਾਂ ਵੇਖੋ ਇਹਨਾਂ ਨਵਾਬੀਆਂ ਬਦਲੇ ਕੀ ਕੁਝ ਕੀਤਾ ਜਾਂਦਾ ਹੈ। ਨਵਾਬੀਆਂ ਬਦਲੇ ਚਾਹੇ ਉਹ ਦੁਨਿਆਵੀ ਨਵਾਬੀਆਂ ਹੋਣ, ਚਾਹੇ ਕੋਈ ਵੀ ਨਵਾਬੀਆਂ ਹੋਣ, ਕਦੇ ਗੁਰੂ ਦਾ ਖਾਲਸਾ ਐਸਾ ਸੀ ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਇਸ ਤਰ੍ਹਾਂ ਦਾ ਸੀ, ਉਹ ਕਹਿੰਦਾ ਸੀ ਮੈਨੂੰ ਨਵਾਬੀਆਂ ਨਹੀਂ ਚਾਹੀਦੀਆਂ, ਮੈਂ ਨਵਾਬੀਆਂ ਕੀ ਕਰਨੀਆਂ। ਅੱਜ ਥਾਂ ਥਾਂ ਤੇ ਨਵਾਬੀਆਂ ਵਾਲੀ ਲੀਲੜੀਆਂ ਕੱਢੀਆਂ ਜਾਂਦੀਆਂ ਨੇ, ਤਰਲੇ ਲੈ ਜਾਂਦੇ ਨੇ ਕਿ ਸਾਨੂੰ ਕੋਈ ਸਰਕਾਰ ਆਹ ਅਹੁਦਾ ਦੇ ਦੇਵੇ ਤੇ ਕੋਈ ਆਹ ਅਹੁਦਾ ਦੇ ਦੇਵੇ। ਉਸ ਅਹੁਦੇ ਦੀ ਆੜ ਵਿੱਚ ਭਾਵੇਂ ਪੰਜਾਬ ਦੇ ਬੱਚਿਆਂ ਨੂੰ ਚਿੱਟੇ ਤੇ ਲਾ ਕੇ ਦਿਨ ਦਿਹਾੜੇ ਜਵਾਨੀ ਮਾਰ ਦਿੱਤੀ ਜਾਵੇ। ਗੁੱਸਾ ਨਾ ਕਰਿਓ, ਕਾਲੀ ਮਿਰਚ ਕੌੜੀ ਹੁੰਦੀ ਹੈ, ਖਾਣ ਵਿੱਚ ਬੜੀ ਕੌੜੀ ਲੱਗਦੀ ਹੈ, ਪਰ ਰੋਗ ਬੜੇ ਕੱਟਦੀ ਹੈ। ਹਕੀਕਤ ਹੈ ਪਿੰਡਾਂ ਵਿੱਚ ਤੁਸੀਂ ਰਹਿੰਦੇ ਹੋ ਤੇ ਪਿੰਡ ਵਿੱਚ ਹੀ ਮੈਂ ਰਹਿਣਾ ਹੈ। ਤੁਸੀਂ ਵੀ ਬੱਚਿਆਂ ਵਾਲੇ ਹੋ ਤੇ ਮੈਂ ਵੀ ਬੱਚਿਆਂ ਵਾਲਾ। ਜੇ ਅੱਜ ਕਿਸੇ ਦੇ ਘਰ ਨੂੰ ਖਤਰੇ ਦੀ ਘੰਟੀ ਵੱਜੀ ਹੈ ਤੇ ਕੱਲ ਨੂੰ ਮੇਰੇ ਘਰ ਨੂੰ ਵੱਜ ਸਕਦੀ ਹੈ। ਮੈਂ ਤੁਹਾਡੇ ਤੇ ਨਾ ਲਿਆਵਾਂ। ਜੇ ਅੱਜ ਤੁਹਾਡੇ ਘਰਾਂ ਨੂੰ ਖਤਰਾ ਪਿਆ ਹੈ ਕਿ ਨੌਜਵਾਨੀ ਪੰਜਾਬ ਦੀ ਕੁਰਾਹੇ ਪੈ ਰਹੀ ਹੈ, ਕਿਸ ਤਰ੍ਹਾਂ ਪਹਿਲਾਂ ਸਿੰਘਾਂ ਨੂੰ ਚੜ੍ਹਦੀ ਜਵਾਨੀ ਵੇਲੇ ਇੱਕ ਖਾੜਕੂਵਾਦ ਦਾ ਸਮਾਂ ਕਹਿ ਕੇ ਮਾਰਿਆ ਗਿਆ, ਸ਼ਹੀਦ ਕੀਤਾ ਗਿਆ, ਫਿਰ ਬਚੀ ਖੁਚੀ ਪੰਜਾਬੀ ਨੌਜਵਾਨੀ ਪੰਜਾਬ ਤੋਂ ਬਾਹਰ ਕੱਢੀ ਗਈ। ਮੈਂ ਤੇ ਬੇਨਤੀ ਇਹ ਕਰਦਾ ਹੁੰਨਾ, ਭੈਣਾਂ ਵੀ ਬੈਠੀਆਂ ਤੇ ਵੀਰ ਵੀ ਬੈਠੇ ਨੇ, ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪ੍ਰਸੰਗ ਹੀ ਸਾਰਾ ਕਹਿਣਾ ਹੈ। ਇਹਦੇ ਵਿੱਚ ਇਹ ਵੀ ਜ਼ਰੂਰੀ ਹੁੰਦਾ ਨਾਲ ਨਾਲ ਕਿ ਅੱਜ ਦੇ ਮੁੱਦੇ ਵੀ ਤੁਹਾਨੂੰ ਪਤਾ ਹੋਣ। ਪ੍ਰਸੰਗ ਬੜਾ ਜ਼ਰੂਰੀ ਹੈ, ਉਹਦੇ ਨਾਲ ਨਾਲ ਅੱਜ ਦੇ ਮੁੱਦੇ ਇਹ ਨੌਜਵਾਨ ਵੀਰ ਬੈਠੇ ਨੇ, ਮੁਬਾਰਕ ਹੈ। ਵੈਸੇ ਤਾਂ ਜਥੇਦਾਰ ਜੀ ਇਸ ਤਰ੍ਹਾਂ ਕਿ ਵੀ ਇੱਥੇ ਦੀਵਾਨਾਂ ਦੇ ਵਿੱਚ ਨੌਜਵਾਨ ਲੱਭਦੇ ਹੀ ਨਹੀਂ,
ਦੀਵਾਨਾਂ ਵਿੱਚ ਨੌਜਵਾਨ ਨਹੀਂ ਜੇ ਲੱਭਦੇ। ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣਾ ਸਿੰਘੋ, ਤੁਹਾਡੇ ਦੀਵਾਨ ਵਿੱਚ ਨੌਜਵਾਨ ਚੜ੍ਹਦੀ ਜਵਾਨੀ ਵਾਲੇ ਬੈਠੇ ਨੇ ਤੇ ਮੇਰੀਆਂ ਨੌਜਵਾਨ ਭੈਣਾਂ ਬੈਠੀਆਂ ਨੇ। ਅੱਜ ਕੱਲ ਪੰਜਾਬੀ ਨੂੰ, ਜਿਹੜਾ ਪੰਜਾਬੀ ਨੌਜਵਾਨ ਹੈ, ਸਾਡੇ ਪੰਜਾਬ ਦੀ ਵੈਲ ਐਜੂਕੇਸ਼ਨ, ਸਾਡੇ ਪੰਜਾਬ ਦੀ ਜਿੰਨੀ ਅਰਨਿੰਗ ਸੀ, ਸਾਡੇ ਪੰਜਾਬ ਦੀ ਯੰਗ ਜਨਰੇਸ਼ਨ ਆ, ਇਹ ਸਾਰੀ ਵਿਦੇਸ਼ਾਂ ਨੂੰ ਤੁਰੀ ਜਾ ਰਹੀ ਹੈ। ਜਿੰਨਾ ਪੜ੍ਹਿਆ ਲਿਖਿਆ ਨੌਜਵਾਨ, ਹੁਣ ਤੁਸੀਂ ਆਖੋਗੇ ਵੀ ਤੁਸੀਂ ਕੀ ਲੈਣ ਜਾਂਦੇ, ਮੈਂ ਤੇ ਵੈਸੇ ਵਿਦੇਸ਼ ਅਜ ਤੱਕ ਨਹੀਂ ਗਿਆ, ਠੀਕ ਹੈ। ਉਸ ਤੋਂ ਬਾਅਦ ਮੈਂ ਇਹ ਗੱਲ ਕਰ ਦਵਾਂ ਵੀ ਮੇਰੇ ਭੈਣ ਭਾਈ ਜਾਂ ਵਿਦੇਸ਼ ਜਾਂਦੇ ਨੇ। ਦੂਸਰੇ ਨੰਬਰ ਤੇ ਮੈਂ ਤੁਹਾਡੇ ਨਾਲ ਇਹ ਸਾਂਝ ਪਾ ਦਵਾਂ, ਜਿਹੜਾ ਗਰੀਬ ਤਬਕੇ ਦਾ ਬੰਦਾ ਉਹਨੂੰ ਜਾਣਾ ਪੈਂਦਾ। ਇਹ ਅੱਜ ਹੀ ਨਹੀਂ, ਇਹ ਤੋਂ ਪਹਿਲਾਂ ਵੀ ਜਾਂਦੇ ਰਹੇ ਨੇ ਸਾਡੇ ਵਡੇਰੇ। ਕਿਸੇ ਥਾਂ ਤੇ ਨੌਕਰੀ ਕਰਨ ਵਾਸਤੇ ਪੰਜਾਬੋਂ ਬਾਹਰ ਜਾਂਦੇ ਰਹੇ ਨੇ। ਆਰਥਿਕ ਲੋੜਾਂ ਕਾਰਨ ਕਿਸੇ ਬੰਦੇ ਨੂੰ ਜਾਣਾ ਪੈਂਦਾ ਹੈ। ਪਰ ਇਹ ਵੀ ਧਿਆਨ ਮਾਰੋ ਕਿ ਸਾਡੇ ਪੰਜਾਬੀ ਬੱਚੇ, ਮੈਂ ਪੰਜਾਬੀ ਇਸ ਵਾਰ ਸ਼ਬਦ ਤਾਂ ਵਰਤ ਰਿਹਾ ਵਾਰ-ਵਾਰ ਕਿ ਜਦੋਂ IPS ਦਾ ਜਾਂ IAS ਦਾ ਕੋਈ ਵੀ ਟੈਸਟ ਹੁੰਦਾ ਨਾ, ਉਹਦੇ ਵਿੱਚ ਪੰਜਾਬੀਆਂ ਸਾਹਮਣੇ ਬੜਾ ਵੱਡਾ ਪਰਚਾ ਪਾਇਆ ਜਾਂਦਾ ਹੈ। ਉਦੋਂ ਇਹੋ ਜਿਹੇ ਸਵਾਲ ਵੀ ਕ੍ਰੀਏਟ ਹੁੰਦੇ ਨੇ। ਤੁਸੀਂ ਵੈਲ ਐਜੂਕੇਟਡ ਬੈਠੇ ਹੋ, ਉੱਥੇ ਇਹੋ ਜਿਹੇ ਸਵਾਲ ਕੀਤੇ ਜਾਂਦੇ ਨੇ ਕਿ ਦੱਸੋ, ਜਿਹੜਾ ਭਾਰਤ ਦੀ ਸਰਕਾਰ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਟੈਕ ਕੀਤਾ, ਤੁਸੀਂ ਇਸ ਨੂੰ ਸਹੀ ਟਿਕਾਉਂਦੇ ਹੋ, ਸਹੀ ਮੰਨਦੇ ਹੋ ਕਿ ਜਾਂ ਇਸ ਨੂੰ ਗਲਤ ਆ? ਤੇ ਜੇ ਬੱਚੇ ਉੱਥੇ ਨਾ ਵਿੱਚ ਸਿਰ ਫੇਰਦੇ, ਫਿਰ ਉਹਦਾ ਰਿਜ਼ਲਟ ਤੁਹਾਨੂੰ ਪਤਾ ਹੈ। ਅੱਜ ਕੱਲ ਜੋ ਕੁਝ ਬਣ ਰਿਹਾ ਨਾ, ਜੇ ਤੁਸੀਂ ਇਸ ਨੂੰ ਗਲਤ ਕਹਿੰਦੇ ਜੇ ਵੀ ਅਸੀਂ ਨਹੀਂ ਮੰਨਦੇ, ਗਲਤ ਹੋਇਆ ਜੋ ਕੁਝ ਹੋਇਆ, ਫਿਰ ਉੱਥੇ ਟੈਸਟਾਂ ਤੋਂ ਬਾਅਦ ਜਿਹੜਾ ਰਿਜ਼ਲਟ ਆਉਂਦਾ ਹੈ, ਉਹਦੇ ਵਿੱਚ ਸਾਡੇ ਸਿੱਖ ਬੱਚਿਆਂ ਦੀ ਗਿਣਤੀ ਬਹੁਤ ਘੱਟ ਜੇ। ਮੈਂ ਨਹੀਂ ਕਹਿੰਦਾ ਨਹੀਂ ਹੋਵੇਗੀ, ਪਰ ਬਹੁਤ ਘੱਟ ਹੈ। ਸਾਡੀ ਪੰਜਾਬੀ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ, ਨੌਜਵਾਨੀ ਨੂੰ ਨਸ਼ੇ ਦੀ ਆੜ ਵਿੱਚ ਦਿਨ ਦਿਹਾੜੇ ਮਾਰਿਆ ਜਾ ਰਿਹਾ। ਮਾਵਾਂ ਰੋਂਦੀਆਂ ਰਹਿੰਦੀਆਂ ਨੇ, ਜਿਨ੍ਹਾਂ ਦੇ ਮਰਦੇ ਪਤਾ ਤੇ ਉਹਨਾਂ ਨੂੰ ਹੁੰਦਾ ਹੈ, ਪਤਾ ਉਹਨਾਂ ਨੂੰ ਹੁੰਦਾ ਜਿਨ੍ਹਾਂ ਦਾ ਨੌਜਵਾਨ ਪੁੱਤ ਧੀ ਮਰ ਜਾਂਦਾ ਹੈ। ਮੇਰੇ ਰਿਸ਼ਤੇਦਾਰਾਂ ਵਿੱਚ ਕਈ ਮਰੇ। ਮੈਂ ਬੇਨਤੀ ਕਰਦਾ, ਖੁੱਲੀ ਕਰ ਰਿਹਾ, ਲਾਈਵ ਚੱਲ ਰਿਹਾ, ਕੱਟ ਕੇ ਕੱਲ ਨੂੰ ਚੈਨਲਾਂ ਤੇ ਪੈ ਜਾਂਦਾ, ਬਹੁਤ ਵੀਡੀਓ ਵਾਇਰਲ ਹੁੰਦੀਆਂ ਨੇ। ਰਿਸ਼ਤੇਦਾਰਾਂ ਵਿੱਚ ਵੀ ਨੌਜਵਾਨ ਪੁੱਤਰ ਮਰੇ ਨੇ ਇਸ ਚਿੱਟੇ ਦੀ ਆੜ ਵਿੱਚ। ਤੇ ਚਿੱਟਾ ਆ ਭਾਈ ਪਲਵਿੰਦਰ ਸਿੰਘ ਉਰਫ ਝੋਟਾ ਨੌਜਵਾਨ ਬੈਠੇ ਨੇ, ਉਹਦਾ ਕਸੂਰ ਕੀ ਹੈ? ਨੌਜਵਾਨੋ, ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਾਵੋ, ਉਹਦਾ ਕਸੂਰ ਦੱਸ ਦਿਓ। ਕਸੂਰ ਸਿਰਫ ਉਸਦਾ ਇੰਨਾ ਹੈ ਕਿ ਉਸਨੇ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਇੱਕ ਝੰਡਾ ਚੁੱਕ ਲਿਆ। ਕਹਿੰਦਾ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨੇਗੇ। ਉਹ ਨਹੀਂ ਮੰਨਦੇ। ਹੁਣ ਜਿਨ੍ਹਾਂ ਨੂੰ ਆੜ ਲੱਗੀ ਹੈ, ਜਿਨ੍ਹਾਂ ਨੇ ਇਸੇ ਕੰਮ ਤੇ ਹੀ ਆਪਣੀ ਰੋਟੀ ਸੇਕਣੀ ਹੈ, ਉਹ ਚਿੱਟਾ ਬੰਦ ਵੀ ਕਿਵੇਂ ਕਰ ਦੇਣ? ਭਾਈ ਅਮਰਤਪਾਲ ਸਿੰਘ ਦਿਨ ਦਿਹਾੜੇ ਗ੍ਰਿਫਤਾਰ ਕਰ ਲਿਆ ਗਿਆ। ਕਿਸ ਤਰ੍ਹਾਂ ਉਹਦਾ ਪਲਾਨ ਬਣਾ ਕੇ ਬਾਅਦ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ ਗਿਆ। ਤੁਸੀਂ ਆਖੋਗੇ ਵੀ ਪ੍ਰਚਾਰਕ ਬੜੇ ਤੱਤੇ ਹੁੰਦੇ ਨੇ। ਸਿੰਘੋ ਵੇਖੋ, ਅਸੀਂ ਵੀ ਪਰਿਵਾਰਾਂ ਵਾਲੇ, ਜੇ ਖਤਰਾ ਤੁਹਾਨੂੰ ਤੇ ਸਾਨੂੰ ਵੀ ਹੋ ਸਕਦਾ ਹੈ। ਇਹ ਨਾ ਸੋਚੋ ਵੀ ਸਾਡੇ ਜੀਆ ਜੰਦ ਪੰਜਾਬ ਵਿੱਚ ਨਹੀਂ ਰਹਿੰਦੇ, ਅਸੀਂ ਵੀ ਪਿੰਡਾਂ ਵਿੱਚ, ਟੱਬਰ ਟੋਰਾ ਸਾਡਾ ਵੀ ਬੈਠਾ ਪਿੰਡਾਂ ਵਿੱਚ, ਇਹਦੇ ਵਿੱਚ ਨੋ ਡਾਊਟ, ਕੋਈ ਸ਼ੱਕ ਨਹੀਂ। ਪਰ ਕਰੀਏ ਕਿ ਸਾਡੀ ਮਜਬੂਰੀ ਹੈ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਜੇ ਗੁਰੂ ਕੀ ਸੰਗਤ ਦਾ ਤੁਸੀਂ ਪਤਾ ਨਹੀਂ ਕਿਸ ਤਰ੍ਹਾਂ 10 ਰੁਪਈਆਂ ਦੀ ਕਿਰਤ ਕਮਾਈ ਕੀਤੀ ਹੈ। ਆੜੇ ਤੁਸੀਂ 10 ਕੱਢੇ ਨੇ ਨਾ, ਜੇ ਅਸੀਂ ਬਿਲਕੁਲ ਹੀ ਸੱਚ ਬੋਲਣੋਂ ਹਟ ਗਏ ਤੇ ਗੁਸਤਾਖੀ ਮੁਆਵ ਤੁਹਾਡੇ ਦਿੱਤੇ ਤੇ ਪ੍ਰਵਾਨ ਜੇ, ਪਰ ਸਾਡੇ ਲਈ ਇਹ ਜ਼ਹਿਰ ਬਣ ਜਾਵੇਗਾ ਚੌਵਾਂ ਲਈ, ਸਾਡੇ ਪਰਿਵਾਰਾਂ ਲਈ ਇਹ ਜ਼ਹਿਰ ਬਣ ਜਾਵੇਗਾ ਜੇ ਅਸੀਂ ਇਸ ਆਪਣੇ ਅਕੀਦੇ ਤੋਂ ਥਿੜਕੇ। ਤੇ ਦੂਜੀ ਬੇਨਤੀ ਕਰਾਂ, ਜੇ ਅਸੀਂ ਤੁਹਾਨੂੰ ਵਕਤ ਸਿਰ ਜਾਗਰੂਕ ਕਰਦੇ ਰਹੇ ਤੇ ਸਾਡੇ ਲਈ ਅੰਮ੍ਰਿਤ ਬਣੇਗਾ। ਬਾਬਾ ਨਾਨਕ ਸਾਹਿਬ ਨੇ ਨਗਾਰੇ ਦੀ ਚੋੜ ਤੇ ਲੋਕਾਂ ਨੂੰ ਸਮਝਾਇਆ, ਉਹ ਲੋਕੋ ਆ ਕੁਕਰਮ ਨਾ ਕਰੋ। ਮਹਾਰਾਜ ਨੇ ਆਖਿਆ, ਰਾਜਨੀਤਿਕ ਲੋਕ ਆਪਣੇ ਅਕੀਦੇ ਤੋਂ ਥਿੜਕ ਗਏ ਨੇ। ਉਦੋਂ ਵੀ ਕਈ ਲੋਕਾਂ ਆਖਿਆ ਬਾਬਾ ਨਾਨਕ ਸਾਡੇ ਬੱਚੇ ਮਰਵਾ ਦੇਵੇਗਾ। ਕਈ ਲੋਕ ਹੁੰਦੇ ਵਕਤ ਸਿਰ ਉਹ ਚੀਜ਼ ਦਾ ਪਤਾ ਨਹੀਂ ਲੱਗਦਾ। ਅੱਜ ਜਿਹੜਾ ਇਤਿਹਾਸ ਅੱਜ ਸਿਰਜਿਆ ਗਿਆ ਨਾ, ਭਾਵੇਂ ਉਹ ਨੌਜਵਾਨਾਂ ਦਾ ਕੋਈ ਵੀ ਹੋਵੇ, ਇਹ ਇਤਿਹਾਸ ਅੱਜ ਨਹੀਂ ਕਿਸੇ ਨੂੰ ਚੰਗਾ ਲੱਗੇਗਾ। ਕਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਕਿਸੇ ਨੂੰ ਚੰਗਾ ਲੱਗਦਾ ਸੀ? ਉਦੋਂ ਤਾਂ ਫਰਖਸ਼ੀਰ ਬਾਦਸ਼ਾਹ ਦੇ ਦਰਬਾਰ ਵਿੱਚ ਮਜੀਠੇ ਦਾ ਇੱਕ ਨੌਜਵਾਨ ਸਰਦਾਰ ਭੀਮ ਸਿੰਘ ਫੜਿਆ ਗਿਆ। ਉਹਦੀ ਮਾਂ ਤੇ ਉਹਦੀ ਘਰ ਵਾਲੀ ਗਈਆਂ ਛਡਾਉਣ। ਉਹਨਾਂ ਆਖਿਆ, ਤੂੰ ਇੱਕ ਵਾਰ ਕਹਿ ਦੇ ਕਿ ਤੂੰ ਸਿੱਖ ਨਹੀਂ, ਫਿਰ ਤੂੰ ਸਾਰੀ ਉਮਰ ਭਾਵੇਂ ਸਿੱਖ ਬਣ ਕੇ ਰਵੀਂ। ਤੇ ਬੱਚੇ ਨੇ ਆਖਿਆ, ਮਾਂ ਮੈਂ ਕਿਵੇਂ ਕਹਿ ਦੇਵਾਂ, ਤੂੰ ਤੇ ਮੇਰੀ ਮਾਂ ਹੀ ਨਹੀਂ, ਤੂੰ ਝੂਠ ਬੋਲਦੀ ਹੈ, ਮੈਂ ਸਿੱਖ ਹਾਂ। ਫਰਖਸ਼ੀਰ ਦੇ ਹੁਕਮ ਨਾਲ ਉਹ ਨੌਜਵਾਨ ਸਿੰਘ ਕਤਲ ਕਰ ਦਿੱਤਾ ਗਿਆ। ਤੇ ਤੁਸੀਂ ਕੀ ਸਮਝਦੇ ਜੇ, ਉਹ ਮਾਂ ਤੇ ਉਹਦੀ ਘਰ ਵਾਲੀ ਦਿੱਲੀ ਤੋਂ ਲੈ ਕੇ ਮਜੀਠੇ ਤੱਕ ਬੰਦਾ ਸਿੰਘ ਬਹਾਦਰ ਦੇ ਸੋਲੇ ਗਾਉਂਦੀਆਂ ਆਉਂਦੀਆਂ ਹੋਣਗੀਆਂ? ਉਹ ਕਿੰਨੀਆਂ ਗਾਲਾਂ ਤੇ ਕਿੰਨਾ ਮਾੜਾ ਕਹਿੰਦੀਆਂ ਆਈਆਂ ਹੋਣਗੀਆਂ, ਇਹ ਸ਼ਾਇਦ ਸਾਨੂੰ ਪਤਾ ਨਹੀਂ। ਅੱਜ ਉਹ ਸਮਾਂ ਬਦਲ ਗਿਆ, 300-400 ਸਾਲ ਦਾ ਪੀਰੀਅਡ ਲੰਘ ਗਿਆ ਤੇ ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਨਾਇਕ ਵਜੋਂ ਉਭਰਾਇਆ। ਅਸੀਂ ਨਾਇਕ ਵਜੋਂ ਪੇਸ਼ ਕੀਤਾ ਕਿ ਸਾਡੀ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ, ਜੇ ਕੋਈ ਫਾਊਂਡਰ ਹੈ ਇਸ ਨਿਊ ਐਸਟੈਬਲਿਸ਼ਮੈਂਟ ਦਾ, ਜਿਸ ਨੇ ਨਵੀਂ ਐਡਮਿਨਿਸਟ੍ਰੇਸ਼ਨ ਤਿਆਰ ਕੀਤੀ, ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਹੈ।
ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਰੇ ਜਰਨੈਲ ਮੰਨਦੇ ਨੇ। ਅੱਜ ਸਾਰੇ ਕਹਿੰਦੇ ਨੇ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਨਾ ਹੁੰਦਾ ਤੇ ਅਸੀਂ ਜ਼ਮੀਨ ਜਾਇਦਾਦਾਂ ਦੇ ਮਾਲਕ ਨਾ ਹੁੰਦੇ। ਅੱਜ ਬੜੇ ਮਾਣ ਨਾਲ ਕਹਿੰਦੇ ਨਾ ਮੇਰੇ ਕੋਲ 5 ਕਿੱਲੇ, ਮੇਰੇ ਕੋਲ 10 ਕਿੱਲੇ, ਇਹ ਸਿੰਘੋ ਜੇ ਕਿਸੇ ਦੀ ਕਿਰਪਾ ਹੋਈ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਹੋਈ, ਜਿਸ ਦੀ ਵਜ੍ਹਾ ਨਾਲ ਅਸੀਂ ਮਾਲਕ ਬਣੇ ਬੈਠੇ ਹਾਂ। ਵਿਸ਼ੇ ਬੜੇ ਖਰਵੇ ਹੋ ਜਾਂਦੇ ਤੇ ਪਾਸੇ ਚਲੇ ਜਾਂਦੇ ਨੇ। ਮੈਂ ਪ੍ਰਸੰਗ ਸਾਂਝਾ ਕਰਾਂਗਾ ਤੇ ਸਮੇਂ ਵਿੱਚ ਰਿਜ਼ਲਟ ਵੀ ਕੱਢਾਂਗਾ। ਬੇਨਤੀ ਇੱਥੋਂ ਕਿ ਚੱਲੀ ਸੀ ਕਿ ਅਸੀਂ ਨੌਜਵਾਨੀ ਸਾਂਭ ਲਈਏ, ਵਿਦੇਸ਼ਾਂ ਨੂੰ ਭੇਜੋ ਪਰ ਕਮਾਈਆਂ ਕਰਕੇ ਆਪਣੇ ਪਰਿਵਾਰਾਂ ਵਿੱਚ ਸੈੱਟ ਹੋਵੋ, ਆਪਣੇ ਪਰਿਵਾਰਾਂ ਨੂੰ ਇਧਰ ਸੁੱਖ ਦਵੋ ਔਰ ਆਪਣੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਆਪਣੇ ਕਾਰੋਬਾਰ ਖੋਲੋ। ਹੁਣ ਤਾਂ ਕੇਵਲ ਗੁਸਤਾਖੀ ਮਾਫ ਆ, ਤੁਹਾਨੂੰ ਪਤਾ ਹੈ, ਸ਼ਾਇਦ ਨੌਜਵਾਨ ਵੀਰ ਬੈਠੇ ਤਾਂ ਜਾਣਦੇ ਨੇ, ਬਜ਼ੁਰਗਾਂ ਨੂੰ ਸ਼ਾਇਦ ਇਸ ਗੱਲ ਦਾ ਨਾ ਪਤਾ ਹੋਵੇ, ਕਈ ਤਾਂ ਸੋਸ਼ਲ ਮੀਡੀਆ ਤੇ ਜੁੜੇ ਤੇ ਤਾਂ ਕਰਕੇ ਪਤਾ ਲੱਗ ਜਾਂਦਾ ਹੈ। ਦਿੱਲੀ ਤੋਂ ਅਟਾਰੀ ਦੇ ਰਸਤੇ ਜਿਹੜਾ ਇੱਕ ਨਵਾਂ ਰੋਡ ਕੱਢਿਆ ਜਾ ਰਿਹਾ ਹੈ, ਜਿਹੜਾ ਨਵਾਂ ਰਸਤਾ ਕੱਢਿਆ ਜਾ ਰਿਹਾ ਨੌਜਵਾਨੋ, ਸ਼ਾਇਦ ਤੁਹਾਨੂੰ ਇਸ ਬਾਰੇ ਪਤਾ ਹੋਵੇ। ਇਹ ਰੋਡ ਕਿਉਂ ਕੱਢੇ ਗਏ ਨੇ? ਇਹ ਰੋਡ ਬਣ ਲੱਗੇ ਨੇ ਅੰਬਾਨੀਆਂ ਤੇ ਅਡਾਨੀਆਂ ਦੇ। ਤੁਸੀਂ ਇਸ ਬਾਰੇ ਸਰਚ ਕਰ ਲੈਣਾ ਜੇ ਮੇਰੇ ਤੇ ਯਕੀਨ ਨਹੀਂ। ਇਹ ਰੋਡ ਬਣ ਲੱਗੇ ਨੇ ਅੰਬਾਨੀਆਂ ਤੇ ਅਡਾਨੀਆਂ ਦੇ। ਬਾਨੇ ਕਿਉਂ ਨੇ? ਕਿਉਂਕਿ ਉਹਨਾਂ ਦਾ ਜਿਹੜਾ ਵਪਾਰ ਹੈ ਅਰਬ, ਈਰਾਨ, ਇੰਗਲਿਸਤਾਨ ਤੱਕ, ਉਹ ਇਸੇ ਰਸਤੇ ਹੋਵੇਗਾ ਤੇ ਸਾਡੀਆਂ ਜ਼ਮੀਨਾਂ 1-1 ਕਰੋੜ ਰੁਪਏ ਦੇ ਵਿੱਚ ਖਰੀਦੀਆਂ ਗਈਆਂ ਤੇ ਅਸੀਂ ਬੜਾ ਫਖਰ ਮਹਿਸੂਸ ਕੀਤਾ ਕਿ ਅਸੀਂ ਕਰੋੜਾਂ ਰੁਪਈਆਂ ਦੇ ਮਾਲਕ ਬਣ ਰਹੇ ਹਾਂ। ਸਾਡੀਆਂ ਜ਼ਮੀਨਾਂ, ਉਹ ਸਿੱਖੋ ਜਿਸ ਜੱਟ ਦੀ ਮਾਂ ਵੇਖ ਗਈ, ਜ਼ਮੀਨ ਵੇਖ ਗਈ, ਉਹਦੇ ਪੱਲੇ ਕੀ ਹੈ ਤੇ ਬਾਅਦ ਵਿੱਚ ਹੋਣਾ ਕੀ ਹੈ? ਟੋਲ ਟੈਕਸ ਲੱਗਣੇ ਰੱਜ ਕੇ, ਉਹਦੇ ਵਿੱਚੋਂ ਤੁਹਾਡਾ ਸਾਰਾ ਕੁਝ ਕੱਢਿਆ ਜਾਣਾ ਜਿਵੇਂ ਅੱਜ ਕੱਢਿਆ ਜਾਂਦਾ ਹੈ। ਇਸ ਤੋਂ ਬਾਅਦ ਆ ਜਾਓ ਥਾਂ ਥਾਂ ਤੇ ਪੰਜਾਬੀ ਜਿਹੜੇ ਜ਼ਮੀਨਾਂ ਵੇਚ ਕੇ ਮਾਣ ਮਹਿਸੂਸ ਕਰਦੇ ਨੇ, ਇਹ ਫਿਰ ਥਾਂ ਥਾਂ ਤੇ ਢਾਬੇ ਖੋਲ ਕੇ ਤੇ ਉੱਥੇ ਬੌਕਰਾਂ ਮਾਰਿਆ ਕਰਨਗੇ। ਮੇਰੀ ਗੱਲ ਕੌੜੀ ਲੱਗੇਗੀ ਪਰ ਇਹਨੂੰ ਪਚਾ ਜ਼ਰੂਰ ਲਿਓ। ਹਕੀਕਤ 'ਚ ਇਹ ਇਸੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ ਦਿਮਾਗ ਫਰੈਸ਼ ਕਰ ਦਿਓ, ਇਹਨਾਂ ਦਾ ਮਾਈਂਡ ਫਰੈਸ਼ ਕਰ ਦਿਓ। ਇਹ ਗੱਲਾਂ ਦਾ ਢੰਡੋਰਾ ਪਿੱਟੋ ਵੀ ਤੂੰ ਪੰਜਾਬ ਵਿੱਚ ਰਹਿ ਕੇ ਕੀ ਕਰਨਾ, ਇੱਥੇ ਕਿਹੜਾ ਕਿਸੇ ਨੂੰ ਨੌਕਰੀ ਮਿਲਦੀ ਹੈ, ਇੱਥੇ ਕਿਹੜਾ ਕਿਸੇ ਨੂੰ ਕੰਮ ਮਿਲਦਾ ਹੈ। ਇਹ ਸਾਰਾ ਪ੍ਰੋਪੋਗੰਡਾ ਕੀਤਾ ਜਾ ਰਿਹਾ ਇੱਕ ਪਲੈਨਿੰਗ ਦੇ ਨਾਲ, ਜਿਸ ਬਾਰੇ ਸ਼ਾਇਦ ਸਾਨੂੰ ਨਹੀਂ ਪਤਾ। ਅਸੀਂ ਆ ਬੋਲਦੇ ਹਾਂ, ਬਾਅਦ ਵਿੱਚ ਕਈ ਜ਼ੁਬਾਨਾਂ ਬੰਦ ਵੀ ਕਰਾਈਆਂ ਜਾਂਦੀਆਂ ਨੇ। ਕਈ ਇਹੋ ਜਿਹੇ ਮਰਜੀਵੜੇ ਹਨ ਜਿਨ੍ਹਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਕਦਮ ਚੁੱਕੇ ਹੋਏ ਨੇ ਕਿ ਜਿੰਨਾ ਚਿਰ ਸੰਗਤ ਦੇ ਸਾਹਮਣੇ ਬੋਲਦੇ ਆ ਉਹਨਾਂ ਚਿਰ ਘੱਟ ਤੋਂ ਘੱਟ ਸੱਚ ਬੋਲਿਆ ਜਾਵੇ। ਮੈਂ ਬੇਨਤੀ ਇੰਨੀ ਕੁ ਕਰਨੀ ਚਾਹਣਾ ਹੈ ਕਿ ਤੁਸੀਂ ਇਸ ਗੱਲ ਦੀ ਆਊਟਪੁੱਟ ਕੱਢ ਲਿਓ। ਇਸ ਤੋਂ ਬਾਅਦ ਵਿੱਚ ਤੁਹਾਡੇ ਸਾਹਮਣੇ ਨਤੀਜਾ ਕੀ ਨਿਕਲੇਗਾ। ਆਉਣ ਵਾਲੇ ਹਾਲਾਤ ਤੁਹਾਡੇ ਸਾਹਮਣੇ ਨੇ, ਬਿਲਕੁਲ ਸਾਹਮਣੇ ਨੇ, ਤੁਸੀਂ ਵੇਖ ਰਹੇ ਹੋ। ਇੱਕ ਹੋਰ ਬੇਨਤੀ ਕਰਾਂ, ਵਿਸ਼ਾ ਲੰਬੇਰਾ ਹੋ ਚੱਲਿਆ, ਮੈਂ ਵਣਗੀਆਂ 2 ਕੀ ਕਵਾਂਗਾ ਕਿਉਂਕਿ ਲਗਭਗ ਮੇਰੇ ਕੋਲ 1 ਘੰਟੇ ਦਾ ਸਮਾਂ ਸੀ। ਮੈਂ ਬੇਨਤੀ ਇਹ ਕਰ ਲੱਗਾ ਵੀ ਸਾਡੇ ਪੰਜਾਬੀ ਨੌਜਵਾਨਾਂ ਦੇ ਕੋਲੋਂ ਪੰਜਾਬੀ ਵੀ ਖਤਮ ਹੁੰਦੀ ਜਾ ਰਹੀ ਹੈ। ਅੱਜ ਜਿਹੜੇ ਸਾਡੇ ਬੱਚੇ ਨੇ ਨਾ, ਉਹ ਵਿਦੇਸ਼ਾਂ ਵਿੱਚ ਜਾ ਕੇ ਵਿਦੇਸ਼ਾਂ ਦੇ ਉਹਨਾਂ ਦੀ ਗਾਂ ਆਉਣ ਵਾਲੀ ਪੀੜ੍ਹੀ ਉਧਰ ਦੀ ਬੌਰਨ ਹੈ, ਉਧਰ ਦੀ ਜੰਪਲ ਹੈ। ਸਾਡੇ ਕੋਲ ਪੰਜਾਬੀ ਨਹੀਂ ਰਹਿਣੀ। ਇਹ ਗੱਲ ਨੂੰ ਤੁਸੀਂ ਭਾਵੇਂ ਸੀਰੀਅਸ ਵੇ ਦੇ ਨਾਲ ਵੇਖਿਓ ਤੇ ਭਾਵੇਂ ਇਸ ਨੂੰ ਕੰਨ ਰਸ ਸਮਝ ਕੇ ਕੱਢ ਦਿਓ। ਅੱਜ ਸਾਡੇ ਕੋਲ ਪੰਜਾਬੀ ਖੁੱਸ ਰਹੀ ਹੈ। ਸਿੱਖੋ ਇਹ ਮੁੱਦੇ ਨੇ, ਬੜੇ ਜ਼ਰੂਰੀ ਨੇ ਜਿਹੜੇ ਅਸੀਂ ਤੁਹਾਡੇ ਤੱਕ ਪਹੁੰਚਾਉਣੇ ਨੇ। ਇਹੋ ਨਹੀਂ ਕਿ ਪਿੰਡ ਦੀਆਂ ਗਲੀਆਂ ਨਹੀਂ ਬਣੀਆਂ ਤੇ ਨਾਲੀਆਂ ਨਹੀਂ ਬਣੀਆਂ, ਇੱਥੋਂ ਤੱਕ ਹੀ ਸੀਮਤ ਨਾ ਰਹਿ ਜਾਇਓ। ਥੋੜਾ ਜਿਹਾ ਸੋਚ ਕੇ ਵੇਖੋ, ਸਾਡੇ ਜਿਹੜੀ ਆਉਣ ਵਾਲੀ ਅਗਲੀ ਨਸਲ ਹੋਵੇਗੀ ਨਾ, ਇਹਦੇ ਕੋਲ ਪੰਜਾਬੀ ਨਹੀਂ ਬਚੇਗੀ। ਤੇ ਅੱਜ ਪੰਜਾਬੀ ਸਾਡੇ ਪੰਜਾਬ ਵਿੱਚ ਵੀ ਨਹੀਂ ਬਚ ਰਹੀ। ਅਸੀਂ ਕਨਵੈਂਟ ਸਕੂਲਾਂ ਵਿੱਚ ਬੱਚੇ ਪੜ੍ਹਨੇ ਪਾਏ ਨੇ, ਹਰ ਇੱਕ ਨੇ ਪਾਏ ਨੇ, ਤੇ ਕਨਵੈਂਟ ਸਕੂਲ ਦਾ ਇੱਕ ਕਾਨੂੰਨ ਹੈ ਕਿ ਕੋਈ ਵੀ ਬੱਚਾ ਉੱਥੇ ਪੰਜਾਬੀ ਵਿੱਚ ਗੱਲ ਨਹੀਂ ਕਰ ਸਕਦਾ। ਕੋਈ ਵੀ ਬੱਚਾ ਉੱਥੇ ਪੰਜਾਬੀ ਵਿੱਚ ਗੱਲ ਨਹੀਂ ਕਰ ਸਕਦਾ। ਈਵਨ ਦੈਨ ਉਹਨਾਂ ਇਹ ਘਰ ਤੱਕ ਹਦਾਇਤ ਕਰ ਦਿੱਤੀ ਹੈ ਕਿ ਕੋਈ ਬੱਚਾ ਘਰੇ ਜਾ ਕੇ ਵੀ ਪੰਜਾਬੀ ਵਿੱਚ ਗੱਲ ਨਾ ਕਰੇ। ਤੇ ਬਿਮਾਰੀ ਸਾਡੇ ਘਰ 'ਚ ਵੜ ਚੁੱਕੀ ਹੈ। ਤੁਸੀਂ ਵੇਖਦੇ ਹੋ ਸਾਡੇ ਬੱਚੇ ਘਰ ਦੇ ਵਿੱਚ ਵੀ ਹੁਣ ਹਿੰਦੀ ਨੂੰ ਪ੍ਰੈਫਰੈਂਸ ਦਿੰਦੇ ਨੇ, ਹਿੰਦੀ ਬੋਲਦੇ ਨੇ, ਪਹਿਲ ਹਿੰਦੀ ਨੂੰ ਦਿੱਤੀ ਗਈ ਹੈ। ਹਿੰਦੀ ਪੜ੍ਹਾਈ ਜਾ ਰਹੀ ਹੈ ਤੇ ਹਿੰਦੀ ਬੋਲੀ ਜਾ ਰਹੀ ਹੈ। ਬਈ ਠੀਕ ਹੈ, ਜਿਨ੍ਹਾਂ ਦੀ ਮਾਤ ਭਾਸ਼ਾ ਬੋਲਣਾ ਮੁਬਾਰਕ ਹੈ। ਤੁਸੀਂ ਕਦੇ ਇਟਲੀ ਜਾਓ, ਉੱਥੇ ਲੋਕ ਇਟਾਲੀਅਨ ਬੋਲਦੇ ਨੇ। ਤੁਸੀਂ ਬੰਗਲਾਦੇਸ਼ ਜਾਓ, ਉੱਥੇ ਬੰਗਾਲੀ ਬੋਲਦੇ ਨੇ। ਤੁਸੀਂ ਮੇਰਠ ਚਲੇ ਜਾਓ, ਉੱਥੇ ਮਰਾਠੀ ਬੋਲਦੇ ਨੇ। ਕਰਨਾਟਕਾ ਚਲੇ ਜਾਓ, ਉੱਥੇ ਕੰਨੜ ਬੋਲਦੇ ਨੇ। ਇਸ ਤਰ੍ਹਾਂ ਕਹਿਣ ਤੋਂ ਭਾਵ ਇਹ ਹੈ ਜਿਹੜੀ ਸਟੇਟ ਦੀ ਜਿਹੜੀ ਲੈਂਗੁਏਜ ਹੁੰਦੀ ਹੈ ਨਾ, ਉਧਰਲੇ ਲੋਕ ਬੜੇ ਸਿਆਣੇ ਨੇ। ਉਹ ਨਹੀਂ ਇਸ ਨੂੰ ਪ੍ਰਮਾਣ ਕਰਦੇ ਕਿ ਅਸੀਂ ਫਸਟ ਲੈਂਗੁਏਜ ਕਿਸੇ ਹੋਰ ਭਾਸ਼ਾ ਨੂੰ ਅਪਣਾਈਏ। ਉਹ ਆਪਣੀ ਭਾਸ਼ਾ ਨੂੰ ਪਹਿਲ ਦਿੰਦੇ ਨੇ। ਪਰ ਇੱਕ ਸਾਡੇ ਵਿੱਚ ਬਿਮਾਰੀ ਵੜ ਗਈ, ਅਸੀਂ ਆਪਣੀ ਫਸਟ ਲੈਂਗੁਏਜ ਪੰਜਾਬੀ ਭਾਸ਼ਾ ਨੂੰ ਛੱਡ ਕੇ ਤੇ ਦੂਸਰੀਆਂ ਭਾਸ਼ਾਵਾਂ ਨੂੰ ਪਹਿਲ ਦੇ ਦਿੱਤੀ। ਇੱਕ ਭਈਆ ਆ ਕੇ ਪੰਜਾਬ ਵਿੱਚ ਪੂਰੇ
ਪਰਿਵਾਰ ਨੂੰ ਹਿੰਦੀ ਬੋਲਣੀ ਸਿਖਾ ਦਿੰਦਾ ਹੈ, ਪਰ ਇੱਕ ਪਰਿਵਾਰ ਇੱਕ ਭਈਏ ਨੂੰ ਪੰਜਾਬੀ ਬੋਲਣੀ ਨਹੀਂ ਜੇ ਸਿਖਾ ਸਕਦਾ। ਅਸੀਂ ਸਾਰੇ ਹਮਕੋ ਤੁਮਕੋ ਸ਼ੁਰੂ ਕਰ ਦਿੰਨੇ ਆ, ਜਿਸ ਤਰ੍ਹਾਂ ਬੋਲਦਾ ਫਿਰ ਉਹਦੇ ਮਗਰ ਮਗਰ ਭਈਆ ਜੀ ਪੱਠਾ ਡਾਲ ਦਿਆ, ਭੈਂਸ ਚਰਾ ਡਾਲੀ, ਬਸ ਅਸੀਂ ਇੱਧਰ ਹੋ ਜਾਂਦੇ ਆ। ਅਗੜ ਸਿੰਘ, ਸਰਦਾਰ ਅਗੜ ਸਿੰਘ ਨੇ ਜਿਵੇਂ ਜਥੇਦਾਰ ਦੇ ਚਰਨਾਂ ਵਿੱਚ ਇੱਕ ਪ੍ਰਣ ਕੀਤਾ ਹੈ ਕਿ ਜਥੇਦਾਰ ਜੀ ਤੁਸੀਂ ਕਹਿੰਦੇ ਚਿੱਟੇ ਦਿਨ ਮੋਮਨ ਖਾਨ ਦਾ ਸਿਰ ਵੱਢਣਾ ਹੈ, ਤੇ ਪੰਥ ਦੇ ਕੋਲੋਂ ਆਗਿਆ ਕਿਵੇਂ ਮੰਗਦਾ ਹੈ। ਸੁਣੀਓ ਉਸ ਵੇਲੇ ਦਾ ਸੀਨ ਆ। ਮਨਵੀਰ ਸਿੰਘ ਬੀਏ ਪਹੁਵਿੰਡ ਦਾ ਢਾਡੀ ਥਾਣਾ ਸ਼ਬਦਾਂ ਵਿੱਚ ਸਿੰਘ ਸਰਦਾਰ ਨੇ ਉੱਠ ਫਤਿਹ ਬੁਲਾਈ। ਆਓ ਅਕੜ ਸਿੰਘ ਸਰਦਾਰ ਨੇ ਉੱਠ ਫਤਿਹ ਬੁਲਾਈ ਹੋ। ਅਕੜ ਸਿੰਘ ਸਰਦਾਰ ਨੇ ਉੱਠ ਫਤਿਹ ਬੁਲਾਈ। ਅਕੜ ਸਿੰਘ ਸਰਦਾਰ ਨੇ ਉੱਠ ਫਤਿਹ ਬੁਲਾਈ ਹੋ। ਆਓ ਕੱਢ ਮਿਆਨੋ ਸ਼ੇਰ ਨੇ ਮਿਆਨੋ ਸ਼ੇਰ ਨੇ ਬਿਜਲੀ ਚਮਕਾਈ। ਆਹ ਕੱਢ ਮਿਆਨੋ ਸ਼ੇਰ ਨੇ ਬਿਜਲੀ ਚਮਕਾਈ ਹੋ। ਕੱਢ ਮਿਆਨੋ ਸ਼ੇਰ ਨੇ ਬਿਜਲੀ ਚਮਕਾਈ। ਕੱਢ ਮਿਆਨੋ ਸ਼ੇਰ ਨੇ ਬਿਜਲੀ ਚਮਕਾਈ ਹੋ। ਆਹ ਜੋ ਕਰ ਬਲ ਦੀ ਲਾਟ ਨੇ, ਹਾਂ ਜੋ ਕਰ ਬਲ ਦੀ ਲਾਟ ਨੇ। ਜੋ ਕਰ ਬਲਦੀ ਲਾਟ ਨੇ ਕੀਤੀ ਰੁਸ਼ਨਾਈ ਹੋ। ਜੋ ਕਰ ਬਲਦੀ ਲਾਟ ਨੇ ਕੀਤੀ ਰੁਸ਼ਨਾਈ ਹੋ। ਜੋ ਕਰ ਬਲਦੀ ਲਾਟ ਨੇ ਕੀਤੀ ਰੁਸ਼ਨਾਈ।
ਜੇ ਹੋ ਕਹਿੰਦਾ ਮੈਨੂੰ ਪੰਥ ਜੇ ਬਖਸ਼ੇ ਵਡਿਆਈ। ਕਹਿੰਦਾ ਮੈਨੂੰ ਪੰਥ ਜੇ ਬਖਸ਼ੇ ਵਡਿਆਈ। ਉਹ ਕਹਿੰਦਾ ਮੈਨੂੰ ਪੰਥ ਜੇ ਬਖਸ਼ੇ ਵਡਿਆਈ ਹੋ। ਕਹਿੰਦਾ ਮੈਨੂੰ ਪੰਥ ਜੇ ਬਖਸ਼ੇ ਵਡਿਆਈ। ਕਹਿੰਦਾ ਮੈਨੂੰ ਪੰਥ ਜੇ ਬਖਸ਼ੇ ਵਡਿਆਈ ਹੋ। ਉਹ ਜਾਵਾਂ ਵਿੱਚ ਲਾਹੌਰ ਦੇ ਮੈਂ ਭੇਸ ਵਟਾਈ। ਜਾਵਾਂ ਵਿੱਚ ਲਾਹੌਰ ਦੇ ਮੈਂ ਭੇਸ ਵਟਾਈ ਹੋ। ਲਾਹੌਰ ਦੇ ਮੈਂ ਭੇਸ ਵਟਾਈ। ਜਾਵਾਂ ਵਿੱਚ ਲਾਹੌਰ ਦੇ ਮੈਂ ਭੇਸ ਵਟਾਈ। ਜਾਵਾਂ ਵਿੱਚ ਲਾਹੌਰ ਦੇ ਮੈਂ ਭੇਸ ਵਟਾਈ ਹੋ। ਉਹ ਮੋਮਨ ਦਾ ਸਿਰ ਵੱਢ ਕੇ ਲੈ ਆਵਾਂ ਭਾਈ। ਉਹ ਮੋਮਨ ਦਾ ਸਿਰ ਵੱਢ ਕੇ ਲੈ ਆਵਾਂ ਭਾਈ ਹੋ। ਮੋਮਨ ਦਾ ਸਿਰ ਵੱਢ ਕੇ ਲੈ ਆਵਾਂ ਭਾਈ। ਮੋਮਨ ਦਾ ਸਿਰ ਵੱਢ ਕੇ ਲੈ ਆਵਾਂ ਭਾਈ, ਲੈ ਆਵਾਂ ਭਾਈ, ਲੈ ਆਵਾਂ ਭਾਈ ਹੋ ਹੋ। ਨਵਾਬ ਸਰਦਾਰ ਕਪੂਰ ਸਿੰਘ ਦੇ ਸਾਹਮਣੇ ਖਲੋਤਾ ਹੈ ਸਰਦਾਰ ਅਗੜ ਸਿੰਘ। ਸਰਦਾਰ ਕਪੂਰ ਸਿੰਘ ਨੇ ਆਖਿਆ, ਮਰਦੋ ਕੋਈ ਇਹ ਕੁੱਠੇ ਜਿਹੜਾ ਚਿੱਟੇ ਦਿਨ ਜਾਵੇ ਤੇ ਨਵਾਬ ਮੋਮਨ ਖਾਨ ਦਾ ਸਿਰ ਵੱਢ ਕੇ ਲਿਆਵੇ, ਕਿਉਂਕਿ ਮੋਮਨ ਖਾਨ ਨੇ ਜੋ ਜੋ ਕੀਤਾ ਤੁਹਾਡੇ ਸਾਹਮਣੇ ਹੈ। ਉਹ ਸਿੰਘਾਂ ਦੇ ਘਰਾਂ ਵਿੱਚੋਂ ਲੱਭ ਲੱਭ ਕੇ ਬੱਚੇ, ਬਜ਼ੁਰਗ, ਬਿਰਧ, ਔਰਤਾਂ ਉਹ ਚੁਣ ਚੁਣ ਕੇ ਸਿੰਘਾਂ ਨੂੰ ਸ਼ਹੀਦ ਕਰ ਰਿਹਾ, ਚੁਣ ਚੁਣ ਕੇ। ਪਰ ਉਹ ਬਚਿਆ ਹੋਇਆ ਅਜੇ ਤੱਕ। ਉਹਨੂੰ ਜਲਦੀ ਤੋਂ ਜਲਦੀ ਖਤਮ ਕਰਨਾ, ਉਹਦਾ ਸਿਰ ਵੱਢਣਾ ਹੈ। ਕੌਣ ਜਾਵੇਗਾ ਤੁਹਾਡੇ ਵਿੱਚੋਂ? ਤੇ ਫਿਰ ਇੱਕ ਉੱਠਿਆ ਮਰਦ ਜਿਹਦਾ ਨਾਮ ਹੈ ਸਰਦਾਰ ਅਗੜ ਸਿੰਘ। ਸਰਦਾਰ ਅਗੜ ਸਿੰਘ ਨੇ ਆਖਿਆ, ਜਥੇਦਾਰ ਜੀ ਪੰਥ ਪ੍ਰਵਾਨਗੀ ਦੇ ਦੇਵੇ, ਪੰਥ ਇਜਾਜ਼ਤ ਦੇ ਦੇਵੇ, ਆਗਿਆ ਦੇ ਦੇਵੇ ਤੇ ਮੈਂ ਤੁਹਾਡੇ ਚਰਨਾਂ ਵਿੱਚ ਵਾਅਦਾ ਕਰਕੇ ਜਾਣਾ ਹੈ, ਮੈਂ ਮੋਮਨ ਖਾਨ ਦਾ ਸਿਰ ਚਿੱਟੇ ਦਿਨ ਵੱਢ ਕੇ ਤੁਹਾਡੇ ਚਰਨਾਂ ਵਿੱਚ ਰੱਖਾਂਗਾ। ਕੌਮ ਦੇ ਜਥੇਦਾਰਾਂ ਨੇ ਆਗਿਆ ਦਿੱਤੀ ਤੇ ਸਰਦਾਰ ਅਗੜ ਸਿੰਘ ਹੋਇਆ ਰਾਕੀ ਤੇ ਸਵਾਰ ਤੁਰ ਪਿਆ। ਚੱਲਿਆ ਜਾ ਰਿਹਾ ਲਾਹੌਰ ਨੂੰ। ਮਨ ਵਿੱਚ ਕਈ ਸਵਾਲ ਆਉਂਦੇ। ਅਗੜ ਸਿੰਘਾ, ਲਾਹੌਰ ਦੇ ਵਿੱਚ ਸ਼ਾਹੀ ਫੌਜਾਂ ਦਾ ਸ਼ਾਹੀ ਕਿਲੇ ਵਿੱਚ ਸਖਤ ਪਹਿਰਾ ਹੈ, ਤੂੰ ਲਾਹੌਰ ਦੇ ਕਿਲੇ ਵਿੱਚ ਪਹੁੰਚੇਗਾ ਕਿਵੇਂ? ਮਨ ਵਿੱਚ ਵਿਚਾਰਾਂ ਆਈਆਂ। ਅਗੜ ਸਿੰਘਾ, ਛੇਵੇਂ ਪਾਤਸ਼ਾਹ ਦਾ ਪਿਆਰਾ ਸਿੱਖ ਬਾਬਾ ਬਿਧੀ ਚੰਦ, ਉਹਨੇ ਵੀ ਤਾਂ ਇਹੋ ਹੀ ਕੰਮ ਕੀਤਾ ਸੀ। ਇਕੱਲਾ ਹੀ ਗਿਆ ਸੀ ਘੋੜੇ ਲੈਣ ਸ਼ਾਹੀ ਕਿਲੇ ਵਿੱਚੋਂ, ਉਹ ਵੀ ਕਿਸੇ ਵਿਉਂਤ ਨਾਲ ਗਿਆ। ਬਾਬਾ ਬਿਧੀ ਚੰਦ ਜੀ ਕੀ ਕੀਤਾ, ਸੰਖੇਪ ਮੈਂ ਅਰਜ਼ ਕਰਨਾ ਹੈ। ਬਾਬਾ ਬਿਧੀ ਚੰਦ ਪਹਿਲਾ ਘੋੜਾ ਲੈਣ ਵਾਸਤੇ ਘਾਈ ਬਣ ਗਏ। ਜਦੋਂ ਸ਼ਾਹੀ ਕਿਲੇ ਦੇ ਅੱਗੇ ਘਾਹ ਦੀ ਪੰਡ ਰੱਖੀ ਤੇ ਮੁੱਲ ਦੱਸਿਆ 1 ਰੁਪਿਆ, ਕਿਸੇ ਨਾ ਖਰੀਦਿਆ। ਸੌਂਦੇ ਖਾ ਦਰੋਗਾ ਆਇਆ, ਉਹਨੇ ਆਖਿਆ ਜੇ ਤਾਂ ਘਾਈਆ ਬਣ ਗਿਆ, ਮੇਰੇ ਘੋੜਿਆਂ ਨੇ ਖਾ ਲਿਆ ਘਾਹ, ਤਾਂ ਤੇਰਾ ਇਨਾਮ ਪੱਕਾ। ਬਾਬਾ ਬਿਧੀ ਚੰਦ ਨੇ ਜਾ ਕੇ ਘੋੜਿਆਂ ਨੂੰ ਘਾਹ ਪਾਇਆ, ਘੋੜਿਆਂ ਘਾਹ ਖਾ ਲਿਆ। ਇਸ ਤਰ੍ਹਾਂ ਹੀ ਨੌਕਰੀ ਤੇ ਲੱਗ ਗਿਆ। ਇੱਕ ਦਿਨ ਐਸਾ ਆਇਆ ਜਦੋਂ ਸਾਰੇ ਟੱਲੀ ਹੋਏ ਪਏ ਸੀ ਸ਼ਾਹੀ ਕਿਲੇ ਦੇ ਵਿੱਚ,
ਸ਼ਾਹੀ ਅਫਸਰ ਜੋ ਸਿਪਾਹੀ ਨੌਕਰ ਸਨ ਤੇ ਬਾਬਾ ਬਿਧੀ ਚੰਦ 1.25 ਲੱਖ ਦੀ ਕੱਢ ਕੇ ਕਾਠੀ ਪਾ ਕੇ ਘੋੜੇ ਤੇ ਲਾ ਕੇ ਘੋੜੇ ਨੂੰ ਅੱਡੀ ਰਾਵੀ ਦਰਿਆ ਵਿੱਚ ਠੇਲ ਕੇ ਤੇ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਗਿਆ। ਦੂਸਰਾ ਘੋੜਾ ਲੈ ਗਿਆ ਨਜੂਮੀ ਬਣ ਕੇ। ਸਰਦਾਰ ਅਗੜ ਸਿੰਘ ਸੋਚਦਾ ਜਾਂਦਾ, ਅਗੜ ਸਿੰਘਾ ਕਦੇ ਬਾਬਾ ਬਿਧੀ ਚੰਦ ਨੇ ਵੀ ਇਹ ਕੰਮ ਕੀਤਾ, ਇਕੱਲਾ ਹੀ ਗਿਆ ਸੀ। ਉਹ ਕਦੇ ਸਰਦਾਰ ਸੁੱਖਾ ਸਿੰਘ ਤੇ ਸਰਦਾਰ ਮਹਿਤਾਬ ਸਿੰਘ ਦੋ ਮਰਦ ਸਨ। ਦਰਬਾਰ ਸਾਹਿਬ ਉਹਨਾਂ ਨੂੰ ਪਤਾ ਲੱਗਾ ਕਿ ਮੱਸਾ ਰੰਗੜ ਬੈਠ ਗਿਆ ਭਲੰਗੜਾ ਕੇ, ਸ਼ਰਾਬ ਪੀਂਦਾ ਹੈ, ਵੇਸਵਾ ਨਚਾਉਂਦਾ ਹੈ, ਉਥੇ ਨਾਚ ਹੋ ਰਿਹਾ ਹੈ, ਮੁਜਰਾ ਕੀਤਾ ਜਾ ਰਿਹਾ ਹੈ, ਗੰਦੇ ਗਾਣੇ ਬੋਲੇ ਜਾ ਰਹੇ ਨੇ, ਤੇ ਕਿਉਂ ਨਾ ਇਸ ਮੱਸੇ ਰੰਗੜ ਦਾ ਚਿੱਟੇ ਦਿਨ ਸਿਰ ਵੱਢ ਲਿਆ ਜਾਵੇ। ਸਰਦਾਰ ਸੁੱਖਾ ਸਿੰਘ ਸਰਦਾਰ ਮਹਿਤਾਬ ਸਿੰਘ ਨੇ ਠੀਕਰਾਂ ਭੰਨ ਕੇ ਮੋਹਰਾਂ ਦਾ ਰੂਪ ਬਣਾ ਕੇ ਥੈਲੀ ਵਿੱਚ ਪਾ ਲਿਆ ਤੇ ਜਦੋਂ ਦਰਸ਼ਨ ਡਿਉੜੀ ਦੇ ਕੋਲ ਪਹੁੰਚੇ ਨਾ, ਜਿੱਥੇ ਲਾਚੀ ਬੇਰੀ ਹੈ, ਉਹ ਬੇਰੀ ਨਾ ਬੰਨੇ ਘੋੜੇ ਦੇ ਪਹਿਰੇਦਾਰ ਨੇ ਆਖਿਆ ਤੁਸੀਂ ਕੌਣ ਜੀ? ਸਰਦਾਰਾਂ ਆਖਿਆ ਅਸੀਂ ਪੱਟੀ ਦੇ ਨੰਬਰਦਾਰ ਮਾਮਲਾ ਤਾਰਨ ਆਏ ਆ। ਜਦੋਂ ਚੌਧਰੀ ਨੇ ਆਗਿਆ ਦਿੱਤੀ ਤੇ ਸਰਦਾਰ ਅੰਦਰ ਗਏ, ਮੱਸੇ ਦਾ ਸਿਰ ਵੱਢ ਕੇ ਨੇਜ਼ੇ ਤੇ ਟੰਗ ਕੇ ਬੀਕਾਨੇਰ ਬੁੱਢਾ ਜੋੜ ਦੀ ਧਰਤੀ ਤੇ ਪਹੁੰਚਾ ਦਿੱਤਾ। ਸਰਦਾਰ ਅਗੜ ਸਿੰਘ ਕਹਿੰਦਾ ਕੁਝ ਇਸ ਤਰ੍ਹਾਂ ਦੀ ਵਿਉਂਤ ਲਾਉਣੀ ਚਾਹੀਦੀ ਹੈ। ਸਰਦਾਰ ਅਗੜ ਸਿੰਘ ਆਪਣੇ ਕੇਸ ਖੋਲ ਕੇ ਪਿਛਾਂ ਨੂੰ ਸੁੱਟ ਲੈ ਔਰ ਸੀਧ ਦੇ ਉੱਤੇ ਬੰਨ ਲਈ ਟੇਢੀ ਜੀ ਪੱਗ, ਬਣ ਗਿਆ ਰਾਵੀ ਦੇ ਬੇੜ ਦਾ ਪਚਾਦਾ। ਜਾ ਕੇ ਲਾਹੌਰ ਦੇ ਕਿਲੇ ਵਿੱਚ ਨੌਕਰਾਂ ਨੂੰ ਮਿਲਿਆ, ਨੌਕਰਾਂ ਚਾਕਰਾਂ ਨਾਲ ਪਿਆਰ ਪੈ ਗਿਆ, ਇਹਨਾਂ ਪਿਆਰ ਗੂੜਾ ਕਰ ਲਿਆ ਕਿ ਇਹਨਾਂ ਨੌਕਰਾਂ ਦੀ ਫਰਮਾਇਸ਼ ਉੱਤੇ ਸਰਦਾਰ ਅਗੜ ਸਿੰਘ ਨੂੰ ਮੋਮਨ ਖਾਂ ਨੇ ਨੌਕਰੀ ਦੇ ਦਿੱਤੀ। ਜੇ ਮੋਮਨ ਖਾਂ ਨੇ ਕੰਮ ਕਿਸੇ ਨੂੰ ਕਹਿਣਾ ਤੇ ਸਰਦਾਰ ਅਗੜ ਸਿੰਘ ਨੇ ਛਾਲ ਮਾਰ ਕੇ ਅੱਗੇ ਹੋ ਜਾਣਾ। ਵੇਖਿਆ ਮੋਮਨ ਖਾਂ ਨੇ ਇਹ ਜਿਹੜਾ ਨਵਾਂ ਨੌਕਰ ਆਇਆ ਰਾਵੀ ਦੇ ਬੇੜ ਦਾ ਪਚਾਦਾ ਬੜਾ ਆਗਿਆਕਾਰ ਹੈ, ਹਰ ਇੱਕ ਗੱਲ ਬੜੇ ਸਤਿਕਾਰ ਨਾਲ ਮੰਨਦਾ ਹੈ ਤੇ ਸਿਰ ਝੁਕਾਉਂਦਾ ਹੈ। ਇੱਕ ਦਿਨ ਮੋਮਨ ਖਾਂ ਨੇ ਆਖਿਆ ਤੂੰ ਮੇਰੇ ਨਿੱਜੀ ਖਿਦਮਤਗਾਰਾਂ ਵਿੱਚ ਹੋਵੇਂਗਾ, ਮੇਰੀ ਨਿੱਜੀ ਜ਼ੈਡ ਸਿਕਿਉਰਿਟੀ ਅੱਜ ਦੀ ਕਹਿ ਲਓ, ਮੇਰੇ ਨਿੱਜੀ ਖਿਦਮਤਗਾਰਾਂ ਵਿੱਚ, ਤੇ ਜਿੱਥੇ ਮੈਂ ਜਾਇਆ ਕਰਾਂਗਾ ਉਥੇ ਮੇਰੇ ਨਾਲ ਨਾਲ ਤੂੰ ਚੱਲਿਆ ਕਰੇਗਾ। ਸਰਦਾਰ ਅਗੜ ਸਿੰਘ ਮਨ ਵਿੱਚ ਅਰਦਾਸ ਕਰਦਾ ਹੈ, ਮਾਲਕਾ ਹੋਰ ਕੀ ਚਾਹੀਦਾ, ਅੰਨਾ ਕੀ ਭਾਲੇ ਦੋ ਅੱਖਾਂ, ਇਹੋ ਤੇ ਮੈਨੂੰ ਚਾਹੀਦਾ ਸੀ। ਸਰਦਾਰ ਅਗੜ ਸਿੰਘ ਨੂੰ ਇੱਕ ਦਿਨ ਮੋਮਨ ਖਾਂ ਨੇ ਆਖਿਆ ਪਚਾਦਿਆ ਅੱਜ ਰਾਵੀ ਦੇ ਦਰਿਆ ਉੱਤੇ ਬੇੜੀ ਵਿੱਚ ਸੈਰ ਕਰਨ ਨੂੰ ਬੜਾ ਵਧੀਆ ਜੀ ਕਰਦਾ ਹੈ, ਤੂੰ ਮੇਰੇ ਨਾਲ ਚੱਲ, ਤੂੰ ਤੇ ਮੈਂ ਦੋਵੇਂ ਹੋਵਾਂਗੇ, ਤੀਸਰਾ ਆਪਣੇ ਨਾਲ ਕੋਈ ਸਿਪਾਹੀ ਜਾਂ ਨੌਕਰ ਨਹੀਂ ਜਾਵੇਗਾ। ਸਰਦਾਰ ਅਗੜ ਸਿੰਘ ਦੇ ਮਨ ਵਿੱਚ ਕਈ ਫੁਰਨੇ ਫੁਰੇ। ਆਖਿਆ ਖਾਨ ਸਾਹਿਬ ਅੱਜ ਦੀ ਸੈਰ ਤੁਸੀਂ ਸਾਰੀ ਉਮਰ ਯਾਦ ਰੱਖੋਗੇ, ਕਿਉਂਕਿ ਸਰਦਾਰ ਅਗੜ ਸਿੰਘ ਨੂੰ ਢੋ ਢੁਕਾ ਦਿੱਤਾ ਪ੍ਰਮਾਤਮਾ ਨੇ। ਜਦੋਂ ਰਾਵੀ ਦੇ ਕੋਲ ਪਹੁੰਚੇ ਨਾ ਤੇ ਬੇੜੀ ਦੇ ਚੜ ਲੱਗਾ ਨਵਾਬ ਮੋਮਨ ਖਾਨ, ਇਹਨੇ ਆਪਣੀ ਘੋੜੀ ਅਤੇ ਆਪਣੀ ਤਲਵਾਰ ਸਰਦਾਰ ਅਗੜ ਸਿੰਘ ਦੇ ਹੱਥ ਫੜਾ ਦਿੱਤੀ। ਆਖਿਆ ਮੈਂ ਰਾਵੀ ਦੀ ਬੇੜੀ ਵਿੱਚ ਸਵਾਰ ਹੋਣ ਲੱਗਾ ਹਾਂ। ਤੇ ਸਰਦਾਰ ਅਗੜ ਸਿੰਘ ਨੇ ਜਦੋਂ ਫੜ ਲਈ ਘੋੜੀ, ਮੋਮਨ ਖਾਂ ਦੀ ਫੜ ਲਈ ਤਲਵਾਰ, ਤੇ ਸਰਦਾਰ ਅਗੜ ਸਿੰਘ ਦੇ ਨੇਤਰਾਂ ਵਿੱਚੋਂ ਖੂਨ ਉਤਰ ਆਇਆ, ਉਹਦੇ ਡੋਲੇ ਫਰਕੇ, ਆਪ ਮੁਹਾਰੇ ਉਹ ਤਲਵਾਰ ਬੇਮਿਆਨ ਹੋ ਗਈ। ਤੇ ਸਰਦਾਰ ਅਗੜ ਸਿੰਘ ਨੇ ਆਖਿਆ ਮੋਮਨ ਖਾਨ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਉਹਨੇ ਆਖਿਆ ਕੌਣ ਤੂੰ? ਏਡੀ ਉੱਚੀ ਆਵਾਜ਼ ਵਿੱਚ ਇੱਕ ਨੌਕਰ ਹੋ ਕੇ ਮੇਰੇ ਨਾਲ ਗੱਲ ਕਰੇ। ਤੇ ਸਰਦਾਰ ਅਗੜ ਸਿੰਘ ਨੇ ਆਖਿਆ ਮੋਮਨ ਖਾਨ ਮੈਂ ਤੇਰਾ ਨੌਕਰ ਨਹੀਂ, ਮੈਂ ਆਪਣੀ ਕੌਮ ਦਾ ਚਾਕਰ ਹਾਂ, ਤੇ ਪਰਮਾਤਮਾ ਨੇ ਜਿਹੜੀ ਅੱਜ ਮੇਰੀ ਡਿਊਟੀ ਲਾਈ ਮੈਂ ਨਿਭਾਉਣ ਵਾਸਤੇ ਆ ਗਿਆ। ਮੋਮਨ ਖਾਨ ਨੇ ਆਖਿਆ ਹੈ ਕੌਣ? ਤੇ ਸਰਦਾਰ ਅਗੜ ਸਿੰਘ ਨੇ ਆਖਿਆ ਮੈਂ ਉਹਨਾਂ ਦਾ ਜਾਇਆ ਜਿਨ੍ਹਾਂ ਦੇ ਤੁਸੀਂ ਬੰਦ ਕੱਟੇ, ਮੈਂ ਉਹਨਾਂ ਦਾ ਵਾਰਸ ਜਿਨ੍ਹਾਂ ਦੇ ਖੋਪਰ ਲਾਏ, ਜਿਹੜੀਆਂ ਬੀਬੀਆਂ ਦੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਾਏ, ਮੈਂ ਉਸ ਕੌਮ ਦਾ ਵਾਰਸ ਹਾਂ, ਵਾਰਸ। ਅੱਜ ਤੈਨੂੰ ਕੀਤੀਆਂ ਦਾ ਫਲ ਭੁਗਤਾਇਆ ਜਾਵੇਗਾ। ਮੋਮਨ ਖਾਨ ਤੂੰ ਕੀ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਤੀ ਸਪੁੱਤਰ ਖਤਮ ਹੋ ਗਏ? ਉਹ ਇਹਨਾਂ ਨੂੰ ਮੁਕਾਉਣ ਵਾਲਾ ਅੱਜ ਤੱਕ ਦੁਨੀਆ ਤੇ ਕੋਈ ਜੰਮਿਆ ਨਹੀਂ। ਸਵਰਗਵਾਸੀ ਗਿਆਨੀ ਹਜ਼ਾਰਾ ਸਿੰਘ ਚੀਮਾ ਸਾਹਿਬ ਲਿਖਦੇ ਨੇ, ਉਹ ਕਹਿੰਦੇ ਅਸੀਂ ਉਹ ਨਿਆਲੇ ਤੀਰ ਹਾਂ ਜੋ ਕਦੇ ਨਾ ਉੱਕੇ, ਅਸੀਂ ਵੈਰੀ ਦੀ ਹੱਕ ਪਾੜ ਕੇ ਲੰਘ ਜਾਈਏ ਸੁੱਕੇ। ਇਹ ਗੱਲ ਅਨੋਖੀ ਚੀਮਿਆਂ ਸਾਡੇ ਤੇ ਟੁੱਕੇ, ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਾ ਮੁੱਕੇ। ਨਵਾਬ ਮੋਮਨ ਖਾਨ ਰਾਵੀ ਦੀ ਬੇੜੀ ਵਿੱਚ ਬੈਠਾ ਹੋਇਆ, ਸਰਦਾਰ ਅਗੜ ਸਿੰਘ ਨੇ ਕੀਤੀ ਉਹ ਤਲਵਾਰ ਬੇਮਿਆਨ, ਮਾਰ ਕੇ ਮੋਮਨ ਖਾਨ ਦੀ ਧੌਣ ਤੇ ਉਹਦਾ ਸਿਰ ਲਾ ਲਿਆ। ਬਲਬਾਈ ਕਸ
ਕੋਈ ਚਿਰ ਖੇਡ ਲੈ ਮੌਜਾਂ ਮਾਣ ਲੈ ਮੌਤ ਉਡੀਕਦੀ ਆ ਸਿਰ ਤੇ ਕੂਕਦੀ ਕੀਤੀ ਇਹੋ ਜਿਹੀ ਸੇਵਾ ਸਿੰਘ ਸਾਹਿਬ ਨੇ ਲਿਆ ਮੋਮਨ ਦਾ ਚਿੱਤ ਪਰਮਾ ਇਹੋ ਜਿਹੇ ਅਣਥੱਕ ਸੇਵਾਦਾਰ ਦੇ ਇਹੋ ਜਿਹੇ ਅਣਥੱਕ ਸੇਵਾਦਾਰ ਦੇ ਆ ਗਿਆ ਖਾਨ ਪੁਚਲਾਵੇ ਵਿੱਚ ਆ ਦਿਨੇ ਰਾਤ ਉਹਨੂੰ ਨਾਲ ਰੱਖੇ ਆਪਣੇ ਦਿਨੇ ਰਾਤ ਉਹਨੂੰ ਨਾਲ ਰੱਖੇ ਆਪਣੇ ਆ ਦਿੱਤੇ ਹੋਰ ਸਾਰੇ ਅਰਦਲੀ ਹਟਾ ਬਿਨਾ ਉਸ ਦੇ ਕਦਮ ਚੱਲੇ ਇੱਕ ਨਾ ਬਿਨਾ ਉਸ ਦੇ ਕਦਮ ਚੱਲੇ ਇੱਕ ਨਾ ਆ ਜਿੱਧਰ ਜਾਏ ਉਹਨੂੰ ਨਾਲ ਲੈ ਬੁਲਾ ਇੱਕ ਰੋਈ ਦਰਿਆ ਦੀ ਸੈਰ ਨੂੰ ਇੱਕ ਰੋਈ ਦਰਿਆ ਦੀ ਸੈਰ ਨੂੰ ਆ ਪਹੁੰਚੇ ਰਾਵੀ ਦੇ ਪਤਨ ਉੱਤੇ ਜਾ ਲੱਗਾ ਬੇੜੀ ਉੱਤੇ ਹੋਏ ਬੇੜੀ ਉੱਤੇ ਚੜਨ ਨਵਾਬ ਜਾ ਆ ਘੋੜੀ ਅਰਦਲੀ ਦੇ ਹੱਥ ਪਕੜਾ ਲੱਗਾ ਬੇੜੀ ਉੱਤੇ ਚੜਨ ਨਵਾਬ ਜਾ ਬੇੜੀ ਉੱਤੇ ਚੜਨ ਨਵਾਬ ਜਾ ਆ ਘੋੜੀ ਅਰਦਲੀ ਦੇ ਹੱਥ ਪਕੜਾ ਸਿੰਘ ਸ਼੍ਰੀ ਸਾਹਿਬ ਖਿੱਚ ਲਈ ਮਿਆਣ ਚੋਂ ਸਿੰਘ ਸ਼੍ਰੀ ਸਾਹਿਬ ਖਿੱਚ ਲਈ ਮਿਆਣ ਚੋਂ ਆਓ ਲੱਗ ਗਿਆ ਯੋਧੇ ਦਾਦਾ ਪਹਿਲੇ ਵਾਰ ਸਿਰ ਲਾ ਲਿਆ ਨਵਾਬ ਦਾ ਪਹਿਲੇ ਵਾਰ ਸਿਰ ਲਾ ਲਿਆ ਨਵਾਬ ਦਾ ਆ ਚੜ ਘੋੜੀ ਉੱਤੇ ਲੈ ਗਿਆ ਭਜਾ
ਡੇਰਾ ਜਿੱਥੇ ਸੀ ਕਪੂਰ ਸਿੰਘ ਬਲੀ ਦਾ, ਡੇਰਾ ਜਿੱਥੇ ਸੀ ਕਪੂਰ ਸਿੰਘ ਬਲੀ ਦਾ ਪਹੁੰਚਾ ਉਸ ਥਾਂ ਅਕੜ ਸਿੰਘ ਜਾ। ਸਿਰ ਸਾਹਮਣੇ ਜਾ ਰੱਖਿਆ ਜਵਾਨ ਨੇ, ਸਾਹਮਣੇ ਜਾ ਰੱਖਿਆ ਜਵਾਨ ਨੇ ਫਤਿਹ ਵੈਗਰੂ ਦੀ ਮੁੱਖ ਚੋਂ ਬੁਲਾ, ਯਾਦ ਰਹਿੰਦੀਆਂ ਰਹਿੰਦੀਆਂ ਅਕੜ ਸਿਆਂ ਤੇਰੀਆਂ, ਆਂਦੀਆਂ ਵਾਰਾਂ ਦੁਨੀਆਂ ਜਾ। 3 ਮਿੰਟ ਰਹਿੰਦੇ ਨੇ, ਮੈਂ ਲਗਭਗ ਇਹਦੇ ਵਿੱਚ ਸਮਾਪਤੀ ਕਰਾਂ। ਸਰਦਾਰ ਅਗੜ ਸਿੰਘ ਨੇ ਮੋਮਨ ਖਾਨ ਦਾ ਸਿਰ ਵੱਢਿਆ ਤੇ ਜਿੱਥੇ ਸਰਦਾਰ ਕਪੂਰ ਸਿੰਘ ਨਵਾਬ ਸਾਹਿਬ ਦਾ ਡੇਰਾ ਸੀ ਉੱਥੇ ਜਾ ਪਹੁੰਚਾਇਆ। ਪੰਥ ਨੇ ਜਕਾਰੇ ਛੱਡੇ। ਸਰਦਾਰ ਕਪੂਰ ਸਿੰਘ ਨੇ ਮੋਮਨ ਖਾਨ ਵਾਲੀ ਤਲਵਾਰ ਤੇ ਉਹਦੀ ਘੋੜੀ ਸਰਦਾਰ ਅਗੜ ਸਿੰਘ ਨੂੰ ਇਨਾਮ ਵਜੋਂ ਦੇ ਦਿੱਤੀ। ਇੱਥੇ ਕਿ ਵਿਸ਼ਰਾਮ ਹੈ। ਮੈਂ ਉਮੀਦ ਕਰਦਾ ਕਿ ਜੋ ਜੋ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਉਹ ਕਿਸੇ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਕੀਤੇ ਹੋਣਗੇ। ਇੱਕ ਦਫਾ ਮੈਂ ਇਸੇ ਤਰ੍ਹਾਂ ਬਚਨ ਕਿਤੇ ਕਰ ਬੈਠਾ ਤੇ ਮੈਨੂੰ ਸਟੇਜ ਤੋਂ ਕਿਹਾ ਗਿਆ ਕਿ ਤੁਸੀਂ ਸਮਾਪਤੀ ਕਰ ਦਿਓ। ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ, ਮੈਂ ਕਿਹਾ ਜੇ ਮੇਰੇ ਇੱਕ ਵੀ ਸ਼ਬਦ ਨੂੰ ਤੁਸੀਂ ਗਲਤ ਠੁਕਰਾ ਦੇਵੋ, ਗਲਤ ਕਹਿ ਦਿਓ ਕਿ ਇਹ ਗਲਤ ਬੋਲਿਆ ਹੈ, ਤੇ ਮੈਂ ਅੱਜ ਤੋਂ ਬਾਅਦ ਤੁਹਾਡੇ ਪਿੰਡ ਦੀਵਾਨ ਲਗਾਉਣ ਹੀ ਨਹੀਂ ਆਵਾਂਗਾ। ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ। ਕਈ ਵਾਰ ਹੁੰਦਾ ਇਸ ਤਰ੍ਹਾਂ ਹੈ ਕਿ ਵੇਖੋ, ਮੈਂ ਹੋਰ ਬੇਨਤੀ ਕਰਾਂ, ਜਦੋਂ 6ਵੇਂ ਪਾਤਸ਼ਾਹ ਦਾ ਦਰਬਾਰ ਲੱਗਾ ਸੀ ਨਾ, 2 ਢਾਡੀ ਖੜੇ ਸੀ, ਬਾਬਾ ਮੀਰ ਅਬਦੁਲ ਤੇ ਨੱਥਮਲ ਖੈਰ। ਉਹਨਾਂ ਇੱਕ ਵਾਰ ਗਾਈ, ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਦੀ। ਮੈਂ ਆਖਰੀ ਪੰਕਤੀ ਸਾਂਝੀ ਕੀਤੀ ਹੈ। ਹੁਣ ਉੱਥੇ ਵੀ ਬੈਠੇ ਮੇਰੇ ਵਰਗੇ ਕਈ ਕਹਿੰਦੇ ਹੋਣਗੇ ਕਿ ਇਹ 6ਵੇਂ ਪਾਤਸ਼ਾਹ ਦੀ ਜੰਗ ਬਾਦਸ਼ਾਹ ਨਾ ਕਰਾਉਣਗੇ, ਜਿਹੜੇ ਹਿਸਾਬ ਨਾਲ ਇਹ ਸੱਚ ਬੋਲਣ ਲੱਗ ਪਏ ਨੇ। ਹੁੰਦਾ ਹੈ ਕਈ ਵਾਰ, ਪਰ ਗੁਰੂ ਰਹਿਮ ਕਰੇ, ਸਾਨੂੰ ਇਹ ਸਮਤ ਬਖਸ਼ਿਸ਼ ਕਰੇ। ਭਾਈ ਗੁਰਸ਼ਰਨ ਸਿੰਘ ਜੀ ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਉਂਦੇ ਨੇ, ਜ਼ਰੂਰੀ ਬੇਨਤੀ ਕਰਕੇ ਤੇ ਮੈਂ ਸਮਾਪਤੀ ਕਰਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਦੇ ਅਸਥਾਨਾਂ ਉੱਪਰ ਬੱਚਿਆਂ ਦਾ ਗੁਰਮਤ ਸਿੱਖਿਆ ਕੈਂਪ ਚੱਲ ਰਿਹਾ ਹੈ, ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ, ਕੀਰਤਨ, ਤਬਲਾ, ਕਵੀਸ਼ਰੀ, ਇਤਿਹਾਸ ਤੇ ਸਭ ਤੋਂ ਇੰਪੋਰਟੈਂਟ ਪੰਜਾਬੀ ਮਾਂ ਬੋਲੀ ਨਾਲ ਜੋੜਿਆ ਜਾ ਰਿਹਾ ਹੈ। ਜੋ ਮੈਂ ਵਾਰ-ਵਾਰ ਬੇਨਤੀ ਕਰ ਰਿਹਾ, ਗੁਰਮਤ ਦੀ ਕਲਾਸ ਸ਼ਾਮ ਨੂੰ ਇਸ ਸਥਾਨ ਤੇ ਜਿਹੜੀ ਲੱਗ ਰਹੀ ਹੈ, ਭਾਈ ਸਾਹਿਬ ਜੀ ਬੇਨਤੀ ਕਰਕੇ ਗਏ ਨੇ, ਸ਼ਾਮ ਨੂੰ 4 ਤੋਂ 6 ਵਜੇ ਤੱਕ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਸਥਾਨਾਂ ਤੇ ਲਗਾਈ ਜਾਂਦੀ ਹੈ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਦੇ ਭਿਆਨਕ ਸਮੇਂ ਵਿੱਚੋਂ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਗੁਰਮਤ ਦੇ ਧਾਰਨੀ ਬਣਾਓ, ਰਹਿਣੀ ਬਹਿਣੀ ਕਹਿਣੀ ਕਥਨੀ ਦੇ ਨਿਤ ਨਿਮੀ ਬਣਾਓ। ਸਤਿਕਾਰਯੋਗ ਗਿਆਨੀ ਜੀ ਪਹੁੰਚ ਚੁੱਕੇ ਨੇ, ਉਹਨਾਂ ਨੂੰ ਜੀ ਆ, ਉਹਨਾਂ ਵੱਲੋਂ ਬੇਅੰਤ ਪਿਆਰ। ਵੀਰ ਸੁਖਮਨ ਸਿੰਘ ਜੀ ਚੋਲਾ ਜਿਨ੍ਹਾਂ ਨੇ ਉਚੇਚਾ ਹੁਕਮ ਤੁਹਾਡਾ ਸਾਡੇ ਤੱਕ ਪਹੁੰਚਾਇਆ, ਸਭ ਦਾ ਧੰਨਵਾਦ। ਜਥੇਦਾਰ ਸਰਦਾਰ ਬਲਵਿੰਦਰ ਸਿੰਘ ਜੀ ਸਟੇਜ ਦੀ ਭੂਮਿਕਾ ਨਿਭਾ ਰਹੇ ਨੇ, ਉਹਨਾਂ ਵੱਲੋਂ ਬੇਅੰਤ ਪਿਆਰ। ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਧੰਨਵਾਦ। ਸਮੁੱਚਾ ਅਰਦਾਸਾ ਸਮਾਪਤੀ ਦੀ ਫਤਿਹ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਗੁਰੂ ਸਵਾਰੇ ਗਿਆਨੀ ਮਨਵੀਰ ਸਿੰਘ ਜੀ ਢਾਡੀ ਜਥਾ, ਜਿਨ੍ਹਾਂ ਨੇ ਬੇਅੰਤ ਨਿਹਾਲ ਕੀਤਾ ਹੈ ਔਰ ਸਾਡੀ ਸੁਰਤ ਵਿੱਚ ਸਤਿਗੁਰੂ ਜੀ ਦੇ ਤੇ ਸਤਿਗੁਰੂ ਪਿਆਰਿਆਂ ਦੇ ਬਚਨ ਪਾਉਣ ਦਾ ਯਤਨ ਕੀਤਾ। ਗੁਰੂ ਸਾਹਿਬ ਕਿਰਪਾ ਕਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸਿਹਤਯਾਬੀ ਦੇ ਨਾਲ ਇਸੇ ਤਰ੍ਹਾਂ ਦੇਸ਼ ਕੌਮ ਤੇ ਧਰਮ ਦੀ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣ। ਮਹਾਰਾਜ ਜੀ ਅਸੀਸਾਂ ਦੇਣ। ਬਹੁਤ ਬਹੁਤ ਧੰਨਵਾਦ ਹੈ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਤੇ ਸਾਰੀ ਸੰਗਤ ਵੱਲੋਂ। ਉੱਥੇ ਸਤਿਕਾਰਯੋਗ ਬਾਬਾ ਜੀ ਬਾਬਾ ਭੁਪਿੰਦਰ ਸਿੰਘ ਜੀ, ਜਿਹੜੇ ਬਹੁਤ ਵੱਡੀ ਸੇਵਾ ਬਾਬਾ ਭਾਈ ਅਲੀ ਸਾਹਿਬ ਜੀ ਦੀ ਅਸਥਾਨ ਤੇ ਨਿਭਾਉਣ ਡਏ, ਉਹ ਆਏ ਆ। ਜੀਓ ਆਇਆ, ਧੰਨਵਾਦ ਹੈ। ਬੜੇ ਪ੍ਰੇਮ ਨਾਲ ਬੇਨਤੀ ਹੈ ਸੰਗਤਾਂ ਨੂੰ ਵੀ ਗੁਰੂ ਸਵਾਰਿਓ, ਮਹਾਰਾਜ ਦੇ ਹਜ਼ੂਰ ਆਈਏ।